तो ज्ञान है मानक भगत बराग। वाहिगुरु। श्री गुरु ग्रंथ साहिब उदद बंदों कार्य अनुरागो। एक अंकार सतगुरु तेह प्रसाद सच होए। वाहिगुरु जी की फतेह है विघ्न विनाशन सोय। श्री वाहिगुरु जी की फतेह है विघ्न विनाशन सोय। सुनत शाहो बिस्म्यो मन महा शीघ्र पठायो नर एक तहाँ। वाहिगुरु जी का खालसा वाहिगुरु जी की फतेह। ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀਆਂ ਦੀ ਪਵਿੱਤਰ ਪਾਵਨ ਹਜ਼ੂਰੀ ਅੰਦਰ ਜੁੜ ਮਿਲ ਕਰਕੇ ਬੈਠੀ ਹੋਈ ਗੁਰੂ ਪਿਆਰੀ ਗੁਰੂ ਸਵਾਰੀ ਖਾਲਸਾ ਸਾਧ ਸੰਗਤ ਜੀਓ। ਆਪ ਸੰਗਤ ਨੇ ਵੱਡਿਆਂ ਭਾਗਾਂ ਨਾਲ ਵੱਡੇ ਕਰਮਾਂ ਨਾਲ ਸਤਿਗੁਰਾਂ ਦੀ ਗੁਰਬਾਣੀ ਦੇ ਕੀਰਤਨ ਦੇ ਆਨੰਦ ਨੂੰ ਪ੍ਰਾਪਤ ਕੀਤਾ ਹੈ। ਇਸ ਵੇਲੇ ਆਪਾਂ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀਆਂ ਦੇ ਜੀਵਨ ਦੀ ਜੋ ਕਥਾ ਹੈ ਉਸ ਨੂੰ ਲਗਾਤਾਰ ਲੜੀਵਾਰ ਕਥਾ ਦੇ ਅੰਦਰ ਸਰਵਣ ਕਰ ਰਹੇ ਹਾਂ। ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਸ਼ਹੀਦੀ ਦੇਣ ਤੋਂ ਪਹਿਲਾਂ ਕਿਹੜੇ ਕਿਹੜੇ ਕਾਰਜ ਕੀਤੇ, ਕਿਹੜੇ ਕਿਹੜੇ ਕੌਤਕ ਮਹਾਰਾਜ ਜੀਆਂ ਨੇ ਦਿੱਲੀ ਦੀ ਧਰਤੀ 'ਤੇ ਕੀਤੇ ਨੇ ਉਹ ਆਪਾਂ ਸਰਵਣ ਕਰ ਰਹੇ ਹਾਂ। ਪਿਛਲੇ ਦੀਵਾਨ ਵਿੱਚ ਸਰਵਣ ਕੀਤਾ ਸਤਿਗੁਰੂ ਸਿੱਖ ਦੇ ਘਰ ਪ੍ਰਸ਼ਾਦਾ ਛਕਣ ਵਾਸਤੇ ਗਏ। ਕਾਜੀ ਨੇ ਦੇਖ ਲਿਆ ਔਰੰਗਜ਼ੇਬ ਨੂੰ ਸ਼ਿਕਾਇਤ ਕੀਤੀ ਹੈ ਕਿ ਤੇਰੇ ਸਿਪਾਹੀ ਡਿਊਟੀ ਚੰਗੀ ਤਰ੍ਹਾਂ ਨਹੀਂ ਕਰਦੇ। ਬਾਦਸ਼ਾਹ ਔਰੰਗਜ਼ੇਬ ਦੀ ਤਸੱਲੀ ਵਾਸਤੇ ਜਦੋਂ ਦੂਸਰੇ ਦਿਨ ਮਹਾਰਾਜ ਫਿਰ ਗਏ ਸਿੱਖ ਦੇ ਘਰੇ ਪ੍ਰਸ਼ਾਦਾ ਛਕਣ ਵਾਸਤੇ, ਜਿਹੜਾ ਨਿਗਰਾਨੀ ਕਰਨ ਵਾਲਾ ਕੋਤਵਾਲ ਹੈ ਉਹ ਬੜੀ ਦ੍ਰਿੜਤਾ ਦੇ ਨਾਲ ਕਹਿ ਰਿਹਾ ਵੀ ਮਹਾਰਾਜ ਜੇਲ੍ਹ ਦੇ ਵਿੱਚ ਨੇ। ਕਾਜੀ ਕਹਿ ਰਿਹਾ ਵੀ ਮਹਾਰਾਜ ਸਿੱਖ ਦੇ ਘਰ ਵਿੱਚ ਨੇ। ਬਾਦਸ਼ਾਹ ਨੇ ਪਹਿਲਾਂ ਆਪਣੇ ਬੰਦੇ ਸਿੱਖ ਦੇ ਘਰ ਵਿੱਚ ਭੇਜੇ, ਉਹ ਦੇਖ ਕੇ ਆਏ ਮਹਾਰਾਜ ਸਿੱਖ ਦੇ ਘਰ ਵਿੱਚ ਬੈਠੇ ਨੇ। ਹੁਣ ਬਾਦਸ਼ਾਹ ਔਰੰਗਜ਼ੇਬ ਨੇ ਦੂਜੇ ਬੰਦੇ ਜਿਹੜੇ ਨੇ ਜੇਲ੍ਹ ਦੇ ਵਿੱਚ ਭੇਜੇ ਵੀ ਜਾਓ ਵੇਖ ਕੇ ਆਓ ਵੀ ਉੱਥੇ ਮਹਾਰਾਜ ਹੈ ਕਿ ਨਹੀਂ। ਇਹ ਪ੍ਰਸੰਗ ਆਪਾਂ ਪਿਛਲੇ ਦੀਵਾਨ ਵਿੱਚ ਸਰਵਣ ਕੀਤਾ ਹੈ। ਇੱਥੋਂ ਮਹਾਰਾਜ ਅੱਗੇ ਕਿਰਪਾ ਕਰਨਗੇ। ਆਓ ਬੜੀ ਭਾਵਨਾ ਨਾਲ ਬੜੀ ਸ਼ਰਧਾ ਨਾਲ ਸਤਿਗੁਰਾਂ ਦੇ ਪਵਿੱਤਰ ਜੀਵਨ ਦੀਆਂ ਵਿਚਾਰਾਂ ਸਰਵਣ ਕਰੀਏ। ਮਿਲ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੁਨਤ ਸ਼ਾਹੋ ਬਿਨਸਿਓ ਮਨ ਮਹਾ। ਜਦੋਂ ਸਿਪਾਹੀ ਨੇ ਜਾਂ ਥਾਣੇਦਾਰ ਨੇ ਆਖਿਆ ਵੀ ਮਹਾਰਾਜ ਨੂੰ ਮੈਂ ਜੇਲ੍ਹ ਦੇ ਵਿੱਚ ਬੈਠਾ ਵੇਖ ਕੇ ਆਇਆ, ਅਤੇ ਉਸ ਵੇਲੇ ਬਾਦਸ਼ਾਹ ਔਰੰਗਜ਼ੇਬ ਜਿਹੜਾ ਹੈ ਉਹ ਬੜਾ ਹੈਰਾਨ ਹੋਇਆ। ਕਹਿਣ ਲੱਗਾ ਵੀ ਇਹ ਕਿਵੇਂ ਹੋ ਸਕਦਾ ਵੀ ਕਾਜੀ ਨੇ ਆਖਿਆ ਵੀ ਮਹਾਰਾਜ ਕਿਸੇ ਸਿੱਖ ਦੇ ਘਰ ਨੇ, ਕੋਤਵਾਲ ਕਹਿੰਦਾ ਵੀ ਮਹਾਰਾਜ ਜੇਲ੍ਹ ਵਿੱਚ ਨੇ, ਇਹ ਕਿਵੇਂ ਹੋ ਸਕਦਾ ਹੈ। ਬੜਾ ਹੈਰਾਨ ਹੋਇਆ ਮਨ ਦੇ ਵਿੱਚ। ਸ਼ੀਘਰ ਪਠਾਇਓ ਨਾਰਿਕ ਤਹਾਂ। ਉਸੇ ਵੇਲੇ ਇੱਕ ਬੰਦਾ ਭੇਜਿਆ, ਕਹਿਣ ਲੱਗਾ ਵੀ ਜਾਓ ਪਹਿਲਾਂ ਤਹਿਕੀਕਾਤ ਕਰੀਏ, ਵੇਖੀਏ ਵੀ ਇਹ ਸੱਚ ਬੋਲਦਾ ਹੈ ਕਿ ਝੂਠ ਬੋਲਦਾ ਹੈ। ਤਫਤੀਸ਼ ਕਰਨ ਵਾਸਤੇ ਔਰੰਗਜ਼ੇਬ ਨੇ ਇੱਕ ਵਜ਼ੀਰ ਭੇਜਿਆ। ਕਹਿਣ ਲੱਗੇ ਜਾਓ ਜਾ ਕੇ ਜੇਲ੍ਹ ਵਿੱਚ ਵੇਖ ਕੇ ਆਓ ਵੀ ਮਹਾਰਾਜ ਉੱਥੇ ਬੈਠੇ ਨੇ। ਇੱਕ ਮਨੁੱਖ ਨੂੰ ਭੇਜਿਆ ਹੈ। ਖੋਲ ਕਪਾਟ ਨਿਹਾਰਨ ਕਰੇ। ਜਦੋਂ ਉਹ ਵਜ਼ੀਰ ਔਰੰਗਜ਼ੇਬ ਦੇ ਵੱਲੋਂ ਤਫਤੀਸ਼ ਕਰਨ ਵਾਸਤੇ ਪਹੁੰਚਿਆ ਅਤੇ ਜਦੋਂ ਜੇਲ੍ਹ ਦਾ ਦਰਵਾਜ਼ਾ ਖੋਲ੍ਹਿਆ, ਕੈਦਖਾਨੇ ਦਾ ਦਰਵਾਜ਼ਾ ਖੋਲ੍ਹਿਆ ਅਤੇ ਕੈਦ ਦਾ ਦਰਵਾਜ਼ਾ ਖੋਲ੍ਹ ਕੇ ਸਾਹਮਣੇ ਜਦੋਂ ਦੇਖਿਆ ਹੈ ਬੈਠੇ ਸਤਿਗੁਰ ਆਨੰਦ ਭਰੇ। ਸਤਿਗੁਰੂ ਪਾਤਸ਼ਾਹ ਬੜੇ ਆਨੰਦ ਦੇ ਭਰੇ ਹੋਏ, ਚਿਹਰਾ ਬੜੇ ਜਲਾਲ ਦੇ ਨਾਲ ਭਰਿਆ ਹੋਇਆ, ਬੜੀ ਪ੍ਰਸੰਨਤਾ ਨਾਲ ਮਹਾਰਾਜ ਕੈਦਖਾਨੇ ਵਿੱਚ ਬੈਠੇ। ਇਹ ਕੈਦ ਇਹੋ ਜਿਹੀ ਹੈ ਜਿੱਥੇ ਨਾ ਧੁੱਪ ਲੱਗਦੀ, ਨਾ ਪਤਾ ਲੱਗਦਾ ਰਾਤ ਹੈ ਕਿ ਦਿਨ ਹੈ, ਨਾ ਹਵਾ ਲੱਗੇ ਨਾ ਬੈਠਿਆ ਜਾਵੇ। ਇਹੋ ਜਿਹੀ ਭਿਆਨਕ ਥਾਂ ਦੇ ਉੱਪਰ ਮਹਾਰਾਜ ਨੂੰ ਬਿਠਾਇਆ। ਪਰ ਪਾਤਸ਼ਾਹ ਦੇ ਚਿਹਰੇ ਦੇ ਉੱਪਰ ਕੋਈ ਉਦਾਸੀ ਨਹੀਂ ਹੈ, ਕੋਈ ਡਰ ਨਹੀਂ ਹੈ। ਬੜੇ ਖੜੇ ਚਿੱਤ, ਖਿੜੇ ਹੋਏ ਚਿੱਤ ਦੇ ਨਾਲ, ਪ੍ਰਸੰਨਤਾ ਦੇ ਨਾਲ ਮਹਾਰਾਜ ਉਸ ਜਗ੍ਹਾ ਦੇ ਉੱਪਰ ਬੈਠੇ ਹਨ। ਇੱਕ ਕਰ ਗਮਨਿਓ ਸ਼ਾਹ ਸੁਨਾਇਓ। ਜਿਹੜਾ ਵਜ਼ੀਰ ਆਇਆ ਸੀ ਵੇਖ ਕੇ ਮਹਾਰਾਜ ਨੂੰ ਜੇਲ੍ਹ ਵਿੱਚ ਬੈਠਿਆਂ, ਹੁਣ ਉਹ ਵਾਪਸ ਮੁੜਿਆ ਔਰੰਗਜ਼ੇਬ ਨੂੰ ਦੱਸਣ ਵਾਸਤੇ
ਜਾ ਕੇ ਕਹਿਣ ਲੱਗਾ ਹੈ, ਪੋਸਟ ਅੰਦਰ ਮੈਂ ਦਿਖ ਆਇਓ। ਕਹਿਣ ਲੱਗਾ ਜੀ ਮੈਂ ਵੇਖ ਕੇ ਆਇਆ ਕੋਠੇ ਦੇ ਅੰਦਰ, ਜੇਲ੍ਹ ਦੇ ਵਿੱਚ, ਜਿਵੇਂ ਇਹ ਥਾਣੇਦਾਰ ਕਹਿ ਰਿਹਾ ਵੀ ਮਹਾਰਾਜ ਨੂੰ ਮੈਂ ਕੈਦ ਕੀਤਾ ਹੋਇਆ ਹੈ, ਉਹ ਮੈਂ ਆਪ ਸਤਿਗੁਰਾਂ ਨੂੰ ਉੱਥੇ ਦੇਖ ਕੇ ਆਇਆ ਹਾਂ। ਮੋਹਰ ਪਠਾਇਓ ਸਿੱਕੇ ਘਰ ਫਿਰ ਮੈਂ। ਉਸੇ ਵਜ਼ੀਰ ਨੂੰ ਭੇਜਿਆ, ਕਹਿਣ ਲੱਗੇ ਅਜੇ ਤਸੱਲੀ ਨਹੀਂ ਹੋਈ, ਜੇ ਮਹਾਰਾਜ ਜੇਲ੍ਹ ਵਿੱਚ ਬੈਠੇ ਫਿਰ ਸਿੱਖ ਦੇ ਘਰੇ ਨਹੀਂ ਹੋ ਸਕਦੇ, ਜਾਂ ਦੁਬਾਰਾ ਚੰਗੀ ਤਰ੍ਹਾਂ ਫਿਰ ਦੇਖ ਕੇ ਆ ਵੀ ਮਹਾਰਾਜ ਸਿੱਖ ਦੇ ਘਰੇ ਹਨ ਕਿ ਨਹੀਂ। ਦੁਬਾਰਾ ਫਿਰ ਭੇਜਿਆ ਹੈ। ਬੈਠੇ ਪਿਖੇ ਖਰੇ ਹੋਏ ਦਰ ਮੈਂ। ਤੇ ਉਸ ਵੇਲੇ ਉਹ ਵਜ਼ੀਰ ਫਿਰ ਦੌੜ ਕੇ ਸਿੱਖ ਦੇ ਘਰੇ ਚਲਾ ਗਿਆ। ਜਦੋਂ ਦਰਵਾਜ਼ੇ ਵਿੱਚ ਜਾ ਕੇ ਸਿੱਖ ਦੇ ਘਰ ਨੂੰ ਨਿਗਾਹ ਮਾਰੀ ਨਾ, ਧਿਆਨ ਮਾਰਿਆ, ਤੇ ਮਹਾਰਾਜ ਸਾਹਮਣੇ ਵਿਹੜੇ ਵਿੱਚ ਬੈਠੇ ਹੋਏ ਬੜੇ ਆਨੰਦ ਦੇ ਨਾਲ ਭੋਜਨ ਛਕਦੇ ਪਏ। ਵਜ਼ੀਰ ਨੇ ਵੇਖਿਆ ਵੀ ਹੁਣੇ ਤੇ ਇਹਨਾਂ ਨੂੰ ਮੈਂ ਜੇਲ੍ਹ ਦੇ ਵਿੱਚ ਵੇਖ ਕੇ ਆਇਆ, ਕੈਦਖਾਨੇ ਦੇ ਵਿੱਚ, ਹੁਣੇ ਸਿੱਖ ਦੇ ਘਰੇ ਬੈਠੇ। ਇਸ ਤਰ੍ਹਾਂ ਵੇਖ ਕੇ ਮੂਰਤ ਏਕ ਪਿੱਖੀ ਦੋਇ ਥਾਨ। ਸਰੂਪ ਇੱਕੋ ਹੀ ਹੈ। ਗੁਰੂ ਤੇਗ ਬਹਾਦਰ ਪਾਤਸ਼ਾਹ ਦਾ ਜਿਹੜਾ ਸਰੂਪ ਕੈਦਖਾਨੇ ਵਿੱਚ ਦੇਖਿਆ, ਜੇਲ੍ਹ ਦੇ ਵਿੱਚ ਦੇਖਿਆ, ਉਹੀ ਸਰੂਪ ਮਹਾਰਾਜ ਜੀਆਂ ਦਾ ਇਹਨੇ ਸਿੱਖ ਦੇ ਘਰੇ ਵੇਖਿਆ। ਸਰੀਰ ਇੱਕੋ ਹੀ ਹੈ ਪਰ ਵੇਖਿਆ ਦੋ ਜਗ੍ਹਾ ਤੇ ਹੈ। ਇਸ ਕਰਕੇ ਇਹ ਹੈਰਾਨਗੀ ਵਾਲੀ ਗੱਲ ਹੈ ਵੀ ਇਹ ਕਿਵੇਂ ਹੋ ਸਕਦਾ ਹੈ। ਸੁਨਤ ਸ਼ਾਹੋ ਜੁਤ ਭਏ ਹਰਾਨ। ਬਾਦਸ਼ਾਹ ਔਰੰਗਜ਼ੇਬ ਦੇ ਸਮੇਤ ਜਿੰਨੇ ਵਜ਼ੀਰ ਬੈਠੇ, ਜਿੰਨੇ ਸਿਪੇ ਸਲਾਰ ਬੈਠੇ, ਮੰਤਰੀ ਬੈਠੇ ਹੋਏ, ਸਾਰੇ ਇਹ ਗੱਲ ਵੇਖ ਕੇ ਬੜੇ ਹੈਰਾਨ ਹੋਏ ਵੀ ਇਹ ਕਿਵੇਂ ਹੋ ਸਕਦਾ, ਇੱਕ ਵਿਅਕਤੀ ਦੋਵਾਂ ਥਾਵਾਂ ਤੇ ਕਿਵੇਂ ਨਜ਼ਰ ਆ ਸਕਦਾ ਹੈ। ਹਿਰਦੇ ਵਿਚਾਰਾਂ ਲਿਖਿਓ ਨਾ ਜਾਏ। ਉਸ ਵੇਲੇ ਮਨ ਵਿੱਚ ਸੋਚਦੇ ਵੀ ਜਾਣਿਆ ਨਹੀਂ ਜਾਂਦਾ ਵੀ ਇਹ ਮਹਾਰਾਜ ਕੀ ਕੌਤਕ ਕਰਦੇ ਪਏ ਹਨ। ਦਵੈ ਸਥਾਨ ਪੁਨ ਪਿਖਨ ਪਠਾਏ। ਫਿਰ ਬਾਦਸ਼ਾਹ ਨੇ ਸੋਚਿਆ ਹੋ ਸਕਦਾ ਜਿੰਨੇ ਚਿਰ ਨੂੰ ਅਸੀਂ ਵੇਖ ਕੇ ਆਉਂਦੇ ਆ ਮਹਾਰਾਜ ਭੱਜ ਕੇ ਜੇਲ੍ਹ ਵਿੱਚ ਚਲੇ ਜਾਂਦੇ ਹੋਣਗੇ, ਭੱਜ ਕੇ ਸਿੱਖ ਦੇ ਘਰ ਚਲੇ ਜਾਂਦੇ ਹੋਣਗੇ। ਹੁਣ ਇਸ ਚੀਜ਼ ਦਾ ਨਿਰਣਾ ਕਰਨਾ। ਬਾਦਸ਼ਾਹ ਕਹਿਣ ਲੱਗਾ ਇਸ ਤਰ੍ਹਾਂ ਕਰੋ, ਇਕੱਠੇ ਹੀ ਜਾਓ, 2-4 ਬੰਦੇ ਜੇਲ੍ਹ ਨੂੰ ਜਾਓ, 2-4 ਬੰਦੇ ਸਿੱਖ ਦੇ ਘਰ ਨੂੰ ਜਾਓ, ਦੋਨੇ ਜਾਣੇ ਬਰਾਬਰ ਜਾ ਕੇ ਦੇਖੋ। ਹੋ ਸਕਦਾ ਮਹਾਰਾਜ ਛੇਤੀ ਨਾਲ ਜੇਲ੍ਹ ਵਿੱਚ ਚਲੇ ਜਾਂਦੇ ਹੋਣ, ਛੇਤੀ ਨਾਲ ਜੇਲ੍ਹ ਵਿੱਚੋਂ ਨਿਕਲ ਆਉਂਦੇ ਹੋਣ, ਸਿੱਖ ਦੇ ਘਰੇ ਚਲੇ ਜਾਂਦੇ ਹੋਣ। ਦੋਵਾਂ ਪਾਸਿਆਂ ਤੇ ਇਸਨੇ ਆਪਣੇ ਮਨੁੱਖ ਭੇਜੇ ਹਨ। ਦਵੈ ਮੂਰਤ ਦਵੈ ਥਾਨ ਨਿਹਾਰੀ। ਜਦੋਂ ਉਹ ਵਿਅਕਤੀ ਗਏ ਚੱਲ ਕੇ, ਉਹਨਾਂ ਨੇ ਵੇਖਿਆ ਮਹਾਰਾਜ ਸਾਹਿਬ ਜੀ ਦੋਨਾਂ ਥਾਵਾਂ ਤੇ ਜੇਲ੍ਹ ਵਿੱਚ ਵੀ ਬੈਠੇ। ਜਿਹੜੇ ਜੇਲ੍ਹ ਵਿੱਚ ਤਫਤੀਸ਼ ਕਰਨ ਵਾਸਤੇ ਗਏ ਉਹਨਾਂ ਨੇ ਆ ਕੇ ਦੱਸਿਆ ਮਹਾਰਾਜ ਨੂੰ ਜੇਲ੍ਹ ਵਿੱਚ ਬੈਠੇ ਦੇਖਿਆ। ਜਿਹੜੇ ਸਿੱਖ ਦੇ ਘਰੇ ਵੇਖਣ ਵਾਸਤੇ ਗਏ ਉਹਨਾਂ ਨੇ ਆ ਕੇ ਦੱਸਿਆ ਵੀ ਮਹਾਰਾਜ ਨੂੰ ਸਿੱਖ ਦੇ ਘਰੇ ਬੈਠੇ ਦੇਖਿਆ। ਇਸ ਤਰ੍ਹਾਂ ਦੋਵਾਂ ਪਾਸਿਆਂ ਤੋਂ ਇਹ ਗੱਲ ਬਾਦਸ਼ਾਹ ਨੂੰ ਪਤਾ ਲੱਗੀ ਹੈ। ਇੱਕ ਸਿੱਖ ਗ੍ਰਹਿ ਇੱਕ ਕੈਦ ਮਝਾਰੀ। ਇੱਕ ਆਖਦਾ ਪਿਆ ਵੀ ਮਹਾਰਾਜ ਕੈਦ ਵਿੱਚ ਬੈਠੇ ਨੇ, ਦੂਜਾ ਵਜ਼ੀਰ ਆਖਦਾ ਮਹਾਰਾਜ ਸਿੱਖ ਦੇ ਘਰੇ ਬੈਠੇ। ਦੋਨਾਂ ਨੇ ਆ ਕੇ ਆਪੋ ਆਪਣੇ ਬਿਆਨ ਦਿੱਤੇ ਹਨ। ਅਜ਼ਮਤ ਬੰਤ ਕਹਿਤ ਹੈ ਕੋਈ। ਤੇ ਉਹ ਕਈ ਆਖਦੇ ਤੁਸੀਂ ਹੈਰਾਨ ਨਾ ਹੋਵੋ, ਗੁਰੂ ਤੇ ਕਰਾਮਾਤੀ ਹੈ, ਗੁਰੂ ਕੋਲ ਤੇ ਕਰਾਮਾਤ ਹੈ, ਤੇ ਕਰਾਮਾਤ ਨਾਲੋਂ ਜੋ ਮਰਜ਼ੀ ਕਰ ਸਕਦੇ। ਇਸ ਕਰਕੇ ਮਹਾਰਾਜ ਕਰਾਮਾਤੀ ਹਨ। ਕੇਤਕ ਕਉ ਨਿਸ਼ਚਾ ਸ਼ੁਭ ਹੋਈ। ਤੇ ਕਈਆਂ ਨੂੰ ਤੇ ਇਹ ਨਿਸ਼ਚਾ ਹੋ ਗਿਆ, ਕਈਆਂ ਨੂੰ ਭਰੋਸਾ ਹੋ ਗਿਆ ਮੁਸਲਮਾਨ ਵੀ ਸਾਰੇ ਵੈਰ ਕਰਨ ਵਾਲੇ ਨਹੀਂ, ਮੁਸਲਮਾਨ ਸਾਰੇ ਮਾੜੇ ਨਹੀਂ ਔਰ ਸਾਰੇ ਚੰਗੇ ਵੀ ਨਹੀਂ ਹੋ ਸਕਦੇ। ਇੱਕ ਵਰਗੇ ਦੇ ਨਾਲ ਦੂਜਾ ਨਹੀਂ ਰਲਾਇਆ ਜਾ ਸਕਦਾ। ਔਰੰਗਜ਼ੇਬ ਜੇ ਮੁਸਲਮਾਨ ਹੈ, ਇਹਦੇ ਕਾਜੀ ਮੁਸਲਮਾਨ ਨੇ, ਤੇ ਇਹਦਾ ਮਤਲਬ ਇਹ ਨਹੀਂ ਵੀ ਸਾਰੇ ਹੀ ਮਾੜੇ ਨੇ, ਕੁਝ ਚੰਗੇ ਵੀ ਨੇ। ਉਹਨਾਂ ਨੂੰ ਨਿਸ਼ਚਾ ਹੋ ਗਿਆ, ਭਰੋਸਾ ਹੋ ਗਿਆ ਵੀ ਮਹਾਰਾਜ ਕਰਾਮਾਤੀ ਨੇ, ਇਹਨਾਂ ਕੋਲ ਤਾਕਤਾਂ ਹਨ। ਨੌਰੰਗ ਅਤ ਖੁਨਸਿਓ ਮਨ ਮਾਹੀ। ਤੇ ਕਹਿਣ ਲੱਗੇ ਵੀ ਉਸ ਵੇਲੇ ਅਜਮਤਵੰਤ ਕਹਿਣ, ਕੁਝ ਆਖਦੇ ਵੀ ਸ਼ਕਤੀ ਵਾਲੇ ਨੇ। ਇਹ ਗੱਲਾਂ ਸੁਣ ਕੇ ਔਰੰਗਜ਼ੇਬ ਬੜਾ ਹੀ ਖੁਨਸਿਆ। ਖੁਨਸ ਤੋਂ ਭਾਵ ਹੁੰਦਾ ਈਰਖਾ ਕਰਨੀ, ਅੰਦਰੋਂ ਈਰਖਾ ਦੇ ਨਾਲ ਭਰਿਆ ਹੋਇਆ, ਬੜਾ ਵੈਰ ਕਰਦਾ ਵੀ ਮੈਂ ਕਰਾਂ ਤੇ ਕੀ ਕਰਾਂ। ਮੈਂ ਤੇ ਇਹਨਾਂ ਨੂੰ ਕੇਵਲ ਜੇਲ੍ਹ ਵਿੱਚ ਬੰਦ ਕਰ ਸਕਦਾ, ਪਰ ਜੇਲ੍ਹ ਵਿੱਚ ਇਹ ਬੰਦ ਕਰਦਾ ਇਹ ਤੇ ਬਾਹਰ ਨਿਕਲ ਜਾਂਦੇ। ਹੁਣ ਖੁਨਸ ਤੇ ਬੜੀ ਹੈ, ਈਰਖਾ ਤੇ ਬੜੀ ਹੈ, ਪਰ ਕੀਤਾ ਕੀ ਜਾਵੇ, ਬੜਾ ਦੁਖੀ ਹੈ। ਇਹ ਕਿਆ ਰੀਤ ਕਰਤ ਦਿਖਰਾਈ। ਉਸ ਵੇਲੇ ਸੋਚਦਾ ਵੀ ਮਹਾਰਾਜ ਨੇ ਇਹ ਕੀ ਕਰਕੇ ਵਿਖਾਇਆ, ਸਮਝ ਨਹੀਂ ਆਉਂਦੀ ਵੀ ਇਹ ਕੀ ਕਰਨਾ ਚਾਹੁੰਦੇ, ਕੀ ਦੱਸਣਾ ਚਾਹੁੰਦੇ ਹਨ। ਆਸਨਾ ਹੋਏ ਛਲ ਬਲ ਕਰ ਜਾਏ। ਉਸ ਵੇਲੇ ਔਰੰਗਜ਼ੇਬ ਸੋਚਦਾ ਹੈ ਵੀ ਕਿਤੇ ਇਹ ਨਾ ਹੋਵੇ ਜਿਵੇਂ ਮਹਾਰਾਜ ਅੱਜ ਜੇਲ੍ਹ ਵਿੱਚੋਂ ਬਾਹਰ ਆ ਕੇ ਤੇ ਸਿੱਖ ਦੇ ਘਰੇ ਪ੍ਰਸ਼ਾਦਾ ਛਕਦੇ ਪਏ, ਕਿਸੇ ਦਿਨ ਇਹੋ ਜਿਹਾ ਛਲ ਕਰਕੇ ਮੇਰੇ ਨਾਲ, ਕਿਸੇ ਦਿਨ ਇਹੋ ਜਿਹਾ ਧੋਖਾ ਕਰਕੇ ਮੇਰੇ ਨਾਲ ਮਹਾਰਾਜ ਜੀ ਕਾਰਾਗ੍ਰਹਿ ਤੇ ਨਿਕਸ ਤੇ ਸਿਧਾਈ। ਮਹਾਰਾਜ ਕਿਤੇ ਜੇਲ੍ਹ ਵਿੱਚੋਂ ਨਿਕਲ ਹੀ ਨਾ ਜਾਣ। ਮੈਂ ਕੀ ਕਰ ਸਕਦਾ, ਮੈਂ ਤੇ ਉਹਨਾਂ ਨੂੰ ਕੇਵਲ ਜੇਲ੍ਹ ਵਿੱਚ ਬੰਦ ਕਰ ਸਕਦਾ, ਜੇਲ੍ਹ ਨੂੰ ਦਰਵਾਜ਼ਾ ਲਾ ਸਕਦਾ, ਜੰਦਰਾ ਲਾ ਸਕਦਾ, ਸਿਪਾਹੀ ਪਹਿਰੇ ਤੇ ਬਿਠਾ ਸਕਦਾ। ਹੁਣ ਵੀ ਤੇ ਮੈਂ ਇਹੋ ਕੁਝ ਹੀ ਕੀਤਾ, ਤੇ ਮਹਾਰਾਜ ਬਾਹਰ ਨਿਕਲ ਕੇ ਸਿੱਖ ਦੇ ਘਰੇ ਭੋਜਨ ਛਕਦੇ ਪਏ। ਇਹ ਨਾ ਹੋਵੇ ਕਿਸੇ ਦਿਨ ਮਹਾਰਾਜ ਆਪਣੀ ਮੌਜ ਦੇ ਨਾਲ ਨਿਕਲ ਕੇ ਤੇ ਚਲੇ ਹੀ ਜਾਣ, ਮੈਨੂੰ ਪਤਾ ਹੀ ਨਾ ਲੱਗੇ।
ਇਸ ਗੱਲ ਦਾ ਮਨ ਦੇ ਵਿੱਚ ਬਹੁਤਾ ਫਿਕਰ ਹੈ। ਕਹਿਓ ਮਰੂ ਕਰ ਯਤਨ ਬਤਾਏ। ਉਸ ਵੇਲੇ ਗਹਿਓ ਮਰੂ ਕਰ, ਵੀ ਮੈਂ ਮਰ ਮਰ ਕੇ ਮਸਾਂ ਮਸਾਂ ਇੰਨੇ ਯਤਨ ਕੀਤੇ, ਕਿੰਨੇ ਸਿਪਾਹੀ ਮਗਰ ਲਾਏ, ਕਿੰਨੇ CID ਵਾਲੇ ਮਗਰ ਲਾਏ, ਕਿੰਨੇ ਥਾਣਿਆਂ ਵਿੱਚ ਮਹਾਰਾਜ ਦੀ ਇਤਲਾਹ ਕਰਵਾਈ, ਮਸਾਂ ਜਾ ਕੇ ਇਹਨਾਂ ਨੂੰ ਆਗਰੇ ਤੋਂ ਲੱਭਿਆ। ਇੰਨੇ ਚਿਰ ਪਿੱਛੋਂ ਇੰਨੇ ਯਤਨਾਂ ਮਗਰੋਂ ਲੱਭਣ ਦੇ ਬਾਵਜੂਦ ਜੇ ਕਿਤੇ ਹੁਣ ਨਿਕਲ ਕੇ ਚਲੇ ਗਏ ਤੇ ਮੈਂ ਕੀ ਕਰਾਂਗਾ, ਇਸ ਗੱਲ ਦੀ ਸੋਚ ਹੈ। ਹੱਥ ਨ ਆਇਓ ਕਾਲ ਬਿਤਾਏ। ਤੇ ਸਤਿਗੁਰੂ ਪਾਤਸ਼ਾਹ ਜੀ ਮੇਰੇ ਹੱਥ ਨਹੀਂ ਆਏ। ਇੰਨਾ ਲੰਮਾ ਸਮਾਂ 6 ਮਹੀਨੇ ਮਹਾਰਾਜ ਨੂੰ ਢੀਕਦਾ ਰਿਹਾ। ਔਰੰਗਜ਼ੇਬ ਦਿੱਲੀ ਵਿੱਚ ਬੈਠਾ ਤੇ ਇੰਨੇ ਸਮੇਂ ਬਾਅਦ ਅੱਜ ਮੇਰੇ ਹੱਥ ਆਏ ਨੇ, ਤੇ ਜੇ ਦੁਬਾਰਾ ਨਿਕਲ ਗਏ ਤੇ ਫਿਰ ਮੈਂ ਕੀ ਕਰਾਂਗਾ। ਅਬ ਮਨਾਏ ਕਹਿ ਮੈਂ ਮਨ ਭਾਈ। ਹੁਣ ਮੈਂ ਸਤਿਗੁਰਾਂ ਨੂੰ ਮਨਾ ਲਵਾਂ, ਜਿਵੇਂ ਕਿਵੇਂ ਮਨਾ ਲਵਾਂ ਮੁਸਲਮਾਨ ਹੋਣ ਵਾਸਤੇ, ਤੇ ਮੇਰੇ ਮਨ ਭਾਉ ਦੀ ਗੱਲ ਹੋ ਜਾਵੇਗੀ। ਜੋ ਮੇਰਾ ਮਨ ਚਾਹੁੰਦਾ ਹੈ ਨਾ ਸਾਰੇ ਹਿੰਦੁਸਤਾਨ ਦੇ ਲੋਕਾਂ ਨੂੰ ਮੁਸਲਮਾਨ ਕਰਨਾ, ਉਹ ਮੇਰੇ ਮਨ ਭਾਉ ਦੀ ਗੱਲ ਹੋਵੇਗੀ ਜੇ ਮਹਾਰਾਜ ਮਨ ਜਾਣਾ ਕਰਨਾ। ਕਰੋ ਸ਼ਰਾ ਮਤ ਤੁਰਕ ਬਣਾਏ। ਤੇ ਸਤਿਗੁਰਾਂ ਨੂੰ ਸ਼ਰ੍ਹਾ ਦੇ ਵਿੱਚ ਲੈ ਕੇ ਆਵਾਂ, ਇਹਨਾਂ ਨੂੰ ਮੁਸਲਮਾਨ ਬਣਾ ਲੈਣਾ ਕਰਾਂ, ਤਾਂ ਕਿ ਸਾਰੀ ਦੁਨੀਆ ਦੇ ਲੋਕ ਮੁਸਲਮਾਨ ਬਣ ਜਾਣਾ ਕਰਨਾ। ਇਹ ਜਬ ਕਲਮੇ ਕੋ ਪਠ ਲਏ। ਜਦੋਂ ਇਹ ਕਲਮਾ ਪੜ੍ਹ ਲੈਣਗੇ ਉਸ ਵੇਲੇ ਇਹ ਮੁਸਲਮਾਨ ਬਣ ਜਾਣਗੇ। ਜਦੋਂ ਕਲਮਾ ਪੜ੍ਹ ਲੈਣਗੇ ਨਾ ਆ ਕੇ ਸਾਡੇ ਧਰਮ ਦੇ ਵਿੱਚ, ਉਸ ਵੇਲੇ ਇਹਨਾਂ ਨੇ ਮੁਸਲਮਾਨ ਹੋ ਜਾਣਾ ਹੈ। ਬਹੁਰ ਅਪਰ ਹਿੰਦੂ ਰਹਿ ਜਿਹੇ। ਤੇ ਫਿਰ ਜਿਹੜੇ ਹਿੰਦੂ ਨੇ ਉਹਨਾਂ ਨੇ ਆਪਣੇ ਆਪ ਮੁਸਲਮਾਨ ਬਣ ਜਾਣਾ। ਜਦੋਂ ਗੁਰੂ ਉਹਨਾਂ ਦਾ ਆਸਰਾ ਹੈ ਤੇ ਗੁਰੂ ਮੁਸਲਮਾਨ ਬਣ ਗਿਆ, ਤੇ ਫਿਰ ਗੁਰੂ ਵੱਲ ਵੇਖ ਕੇ ਜਿਹੜੇ ਸੇਵਕ ਹੋਣਗੇ, ਚੇਲੇ ਹੋਣਗੇ, ਉਹਨਾਂ ਨੇ ਆਪਣੇ ਆਪ ਮੁਸਲਮਾਨ ਹੋ ਜਾਣਾ ਹੈ। ਅਨਾਯਾਸ ਸਭ ਹੂੰ ਬਣ ਤੇ ਜਾਏ। ਇਸ ਕਰਕੇ ਫਿਰ ਮੈਨੂੰ ਯਤਨ ਨਹੀਂ ਕਰਨਾ ਪਵੇਗਾ। ਹੁਣ ਤੇ ਬਾਦਸ਼ਾਹ ਨੂੰ ਲਾਲਚ ਦੇਣਾ ਪੈਂਦਾ ਹੈ ਨਾ, ਮੈਂ ਤੁਹਾਨੂੰ ਜ਼ਮੀਨ ਦੇ ਦਿਆਂਗਾ, ਤੁਹਾਨੂੰ ਘਰ ਦੇ ਦਿਆਂਗਾ, ਤੁਹਾਡੇ ਸਰਕਾਰੀ ਮੁਕੱਦਮੇ ਮਾਫ ਕਰ ਦਿਆਂਗਾ। ਹੁਣ ਇਹ ਲਾਲਚ ਦੇ ਕੇ ਹਿੰਦੂਆਂ ਨੂੰ ਮੁਸਲਮਾਨ ਕਰਨਾ ਪੈ ਰਿਹਾ। ਕਈਆਂ ਨੂੰ ਮਾਇਆ ਦਾ ਲਾਲਚ ਦੇਣਾ ਪੈਂਦਾ ਹੈ, ਕਈਆਂ ਨੂੰ ਨੌਕਰੀ ਦਾ ਲਾਲਚ ਦੇਣਾ ਪੈਂਦਾ ਹੈ। ਪਰ ਜੇ ਗੁਰੂ ਤੇਗ ਬਹਾਦਰ ਪਾਤਸ਼ਾਹ ਮੁਸਲਮਾਨ ਬਣ ਜਾਣ ਫਿਰ ਮੈਨੂੰ ਕੁਝ ਕਰਨਾ ਹੀ ਨਹੀਂ ਪਵੇਗਾ, ਸਾਰਿਆਂ ਨੇ ਆਪਣੇ ਆਪ ਮੁਸਲਮਾਨ ਹੋ ਜਾਣਾ ਹੈ। ਗੁਰੂ ਭਇਓ ਸਿੱਖ ਕਿਮ ਠਹਿਰਾਏ। ਜਦੋਂ ਗੁਰੂ ਸਾਡਾ ਬਣ ਗਿਆ ਤੇ ਫਿਰ ਸਿੱਖ ਕਿਵੇਂ ਅੜੇ ਰਹਿ ਸਕਦੇ, ਕਿਉਂਕਿ ਸਿੱਖਾਂ ਦਾ ਆਸਰਾ ਤੇ ਗੁਰੂ ਹੈ। ਤੇ ਜਦੋਂ ਗੁਰੂ ਹੀ ਬਣ ਗਿਆ ਸਾਡੇ ਵੱਲ ਦਾ, ਤੇ ਫਿਰ ਇਹਨਾਂ ਨੂੰ ਬਚਾ ਕੋਈ ਨਹੀਂ ਸਕਦਾ ਹੈ। ਜਾਂ ਤੇ ਇਹ ਸੰਗ ਯਤਨ ਕਰੀ ਜਾ। ਇਸ ਕਰਕੇ ਯਤਨ ਕਰਨੇ ਚਾਹੀਦੇ। ਸਮੇਂ ਸਮੇਂ ਤੇ ਰਾਜਿਆਂ ਨੇ ਨਾ ਇਹ ਯਤਨ ਕੀਤੇ ਨੇ ਕਿ ਆਪਣੇ ਧਰਮ ਦੇ ਵਿੱਚ ਜਾਂ ਆਪਣਾ ਵਾਧਾ ਕਰਨ ਵਾਸਤੇ ਯਤਨ ਕੀਤੇ ਥਾਵਾਂ ਥਾਵਾਂ ਤੇ। ਕਹਿਣ ਲੱਗੇ ਮਨੂੰ ਸਿਮਰਤੀ ਦੇ ਵਿੱਚ ਉਸ ਸਮੇਂ ਦੇ ਰਾਜਿਆਂ ਨੇ ਲਿਖਵਾ ਦਿੱਤਾ ਕਿ ਜਿਹੜਾ ਬ੍ਰਾਹਮਣ ਹੈ ਉਹ ਵਾਲ ਕਟਵਾ ਸਕਦਾ ਹੈ। ਇਹੋ ਜਿਹੀਆਂ ਗੱਲਾਂ ਲਿਖਾ ਦਿੱਤੀਆਂ ਜਾਣ ਬੁੱਝ ਕੇ, ਤਾਂ ਕਿ ਇਹ ਆਪਣੇ ਕੇਸ ਕੱਟ ਲੈਣ ਤੇ ਇਹਨਾਂ ਦੇ ਮੰਤਰ ਨਾ ਫੁਰਨ। ਪਹਿਲਾਂ ਮੰਤਰ ਪੜ੍ਹੇ ਜਾਂਦੇ ਤੇ ਪੂਰੇ ਹੁੰਦੇ ਨਾ, ਪਰ ਹੁਣ ਮੰਤਰ ਇਹਨਾਂ ਦਾ ਪੂਰਾ ਨਾ ਹੋਵੇ। ਕਿਸੇ ਨੇ ਕਹਿ ਦਿੱਤਾ ਰਾਜੇ ਨੂੰ, ਰਾਜਿਆ ਰਾਜ ਤੇ ਲੈ ਲਿਆ, ਪਰ ਇਹਨਾਂ ਕੋਲ ਮੰਤਰ ਬੜੇ ਵੱਡੇ ਨੇ, ਇਹ ਮੰਤਰ ਪੜ੍ਹਨਗੇ ਤੇ ਤੇਰਾ ਰਾਜ ਨਿਸਫਲ ਕਰ ਸਕਦੇ, ਰਾਜ ਗਵਾ ਸਕਦੇ। ਰਾਜੇ ਨੇ ਪੁੱਛਿਆ ਮੰਤਰੀਆਂ ਤੋਂ ਫਿਰ ਕੀ ਕਰਨਾ ਚਾਹੀਦਾ। ਮੰਤਰੀ ਕਹਿਣ ਲੱਗੇ ਇਹਨਾਂ ਨੂੰ ਧਰਮ ਤੋਂ ਹੀਣਾ ਕਰ ਦੇ। ਜਦੋਂ ਧਰਮ ਤੋਂ ਹੀਣੇ ਹੋ ਗਏ ਫਿਰ ਇਹ ਮੰਤਰ ਨਹੀਂ ਪੜ੍ਹ ਸਕਣਗੇ, ਇਹਨਾਂ ਦਾ ਮੰਤਰ ਚੱਲੇਗਾ ਨਹੀਂ। ਰਾਜੇ ਨੇ ਉਸ ਵੇਲੇ ਕਹਿ ਕੇ ਬ੍ਰਾਹਮਣਾਂ ਦੇ ਕੇਸ ਕਤਲ ਕਰਵਾ ਦਿੱਤੇ, ਤੇ ਬੜੇ ਜ਼ੋਰ ਦੇ ਨਾਲ ਆਖਿਆ ਵੀ ਇਸ ਚੀਜ਼ ਨੂੰ ਗ੍ਰੰਥ ਵਿੱਚ ਲਿਖੋ ਵੀ ਬ੍ਰਾਹਮਣ ਕੇਸ ਕਤਲ ਕਰਵਾ ਸਕਦਾ ਹੈ, ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਗ੍ਰੰਥ ਪੜ੍ਹ ਕੇ ਆਪਣੇ ਆਪ ਹੀ ਕੇਸ ਕਤਲ ਕਰ ਦੇਣ, ਇਹਨਾਂ ਦੇ ਮੰਤਰ ਨਾ ਚੱਲ ਜਾਣ ਕਿਤੇ। ਸੋ ਇਸ ਤਰ੍ਹਾਂ ਦੇ ਯਤਨ ਉਸ ਵੇਲੇ ਦੇ ਰਾਜਿਆਂ ਨੇ ਵੀ ਉਸ ਵੇਲੇ ਕੀਤੇ। ਇਸੇ ਤਰ੍ਹਾਂ ਹੁਣ ਔਰੰਗਜ਼ੇਬ ਯਤਨ ਕਰਦਾ ਪਿਆ ਵੀ ਮਹਾਰਾਜ ਨੂੰ ਕਿਵੇਂ ਨਾ ਕਿਵੇਂ ਮੈਂ ਆਪਣੇ ਧਰਮ ਦੇ ਵਿੱਚ ਲੈ ਕੇ ਆਉਣਾ ਕਰਾਂ। ਦੀਨ ਵਿਖੇ ਜਿਵੇਂ ਕਿਮਲੇ ਲੀਜੈ। ਜਿਵੇਂ ਕਿਵੇਂ ਮਹਾਰਾਜ ਨੂੰ ਆਪਣੇ ਧਰਮ ਦੇ ਵਿੱਚ ਲਿਆਉਣਾ ਕਰੀਏ। ਜਮਾਦਾਰ ਕਾਰਾਗ੍ਰਹਿ ਕੇਰਾ। ਜਿਹੜਾ ਜਮਾਦਾਰ ਸੀ ਨਾ, ਪਹਿਰੇਦਾਰ, ਜਿਹਦੇ ਕੋਲ ਨਿਗਰਾਨੀ ਹੈ ਮਹਾਰਾਜ ਦੀ ਕੈਦਖਾਨੇ ਦੀ, ਬਾਦਸ਼ਾਹ ਉਸ ਨੂੰ ਕਹਿਣ ਲੱਗਾ ਹੈ ਇਹ ਤਾੜਿਓ ਕਹਿ ਤਰਾਸ ਕਨੇਰਾ। ਬਾਦਸ਼ਾਹ ਨੇ ਬੜਾ ਤਾੜਿਆ ਡਰ ਦੇ ਕੇ, ਕਹਿਣ ਲੱਗੇ ਉਹ ਜਮਾਦਾਰ ਤੈਨੂੰ ਜ਼ਿੰਮੇਵਾਰੀ ਦਿੱਤੀ ਹੈ ਮਹਾਰਾਜ ਦੀ, ਤੂੰ ਕੁਝ ਨਹੀਂ ਕਰਦਾ ਪਿਆ, ਇਸ ਕਰਕੇ ਤਾੜਨਾ ਹੋਈ ਹੈ। ਦੇਖੀ ਉਹ ਚਲਿਓ ਜਾਏ ਨਾ ਕਿਉਂ। ਵੇਖੀ ਕਿਤੇ ਮਹਾਰਾਜ ਚਲੇ ਨਾ ਜਾਣ। ਤੂੰ ਆਖੇ ਵੀ ਮਹਾਰਾਜ ਤੇ ਜੇਲ੍ਹ ਵਿੱਚ ਬੈਠੇ ਨੇ ਤੇ ਮਹਾਰਾਜ ਇੱਥੋਂ ਕਿਤੇ ਪੰਜਾਬ ਨਾ ਲੰਘ ਜਾਣ ਜਾਂ ਕਿਤੇ ਹੋਰ ਨਾ ਚਲੇ ਜਾਣ, ਵੇਖੀ ਕਿਤੇ ਮਹਾਰਾਜ ਦੌੜ ਨਾ ਜਾਣਾ ਕਰਨ। ਅਬ ਸਿੱਖਨ ਗ੍ਰਹਿ ਗਮਨੇ ਉਜੋ ਹੂੰ। ਜਿਵੇਂ ਅੱਜ ਮਹਾਰਾਜ ਸਿੱਖਾਂ ਦੇ ਘਰੇ ਚਲੇ ਗਏ ਭੋਜਨ ਛਕਣ ਵਾਸਤੇ, ਜੇ ਇਸੇ ਤਰ੍ਹਾਂ ਹੀ ਦਿੱਲੀ ਵਿੱਚੋਂ ਬਾਹਰ ਚਲੇ ਗਏ ਤੇ ਫਿਰ ਆਪਾਂ ਕੀ ਕਰਾਂਗੇ। ਰਾਤ ਦਿਵਸ ਡਿੱਢ ਹੋਏ ਸਿਪਾਹੀ। ਇਸ ਕਰਕੇ ਸਿਪਾਹੀਆਂ ਨੂੰ ਕਹੋ ਵੀ ਨਾ ਰਾਤ ਨੂੰ ਸੌਣਾ ਨਾ ਦਿਨੇ ਸੌਣਾ, ਵੱਖ-ਵੱਖ ਟੁਕੜੀਆਂ ਦੀ ਡਿਊਟੀ ਲਾ। ਫੌਜ ਦੀਆਂ ਵੱਖ-ਵੱਖ ਟੁਕੜੀਆਂ ਜਿਹੜੀਆਂ ਨੇ, ਕੁਝ ਦਿਨੇ ਜਾਗਦੀਆਂ ਰਹਿਣ, ਕੁਝ ਰਾਤ ਨੂੰ ਜਾਗਦੀਆਂ ਰਹਿਣ। ਹਰ ਵੇਲੇ ਅੱਖਾਂ ਖੋਲ੍ਹ ਕੇ ਰੱਖੋ
ਮਹਾਰਾਜ ਦੇ ਉੱਪਰ ਨਿਗਾਹ ਟਿਕਾ ਕੇ ਰੱਖੋ ਵੀ ਇੱਥੋਂ ਚਲੇ ਨਾ ਜਾਣਾ ਕਰਨਾ। ਸ਼ਾਸਤਰ ਸਹਿਤ ਠੰਡੋ ਰਹਿ ਤੇ ਪਾਹੀ। ਸਤਿਗੁਰਾਂ ਨੂੰ ਸ਼ਸਤਰਾਂ ਦੇ ਸਮੇਤ ਉਸ ਵੇਲੇ ਪਾਤਸ਼ਾਹ ਦੇ ਕੋਲ ਰੱਖਣਾ ਕਰੋ। ਆਖਨੇ ਆਗੇ ਦੇਖਤ ਰਹੀ। ਮਹਾਰਾਜ ਨੂੰ ਵੇਖਦੇ ਰਹਿਣਾ, ਸਾਹਮਣੇ ਅੱਖਾਂ ਦੇ ਵੀ ਮਹਾਰਾਜ ਬੈਠੇ ਹੋਏ ਹਨ। ਤਰਾਸ ਮੋਏ ਦਿਸਤੇ ਤਿਸ ਤੇ ਕਹੀ। ਮੇਰੇ ਵੱਲੋਂ ਡਰ ਦਿਓ, ਸਤਿਗੁਰਾਂ ਨੂੰ ਜਿੰਨਾ ਦੇ ਸਕਦੇ ਹੋ ਨਾ ਮੇਰੇ ਵੱਲੋਂ ਡਰ ਦਿਓ। ਮੈਂ ਮਹਾਰਾਜ ਨੂੰ ਇਹ ਕਰ ਦਿਆਂਗਾ, ਇਹ ਕਰ ਦਿਆਂਗਾ, ਇਹ ਗੱਲਾਂ ਮੇਰੇ ਵੱਲੋਂ ਜਾ ਕੇ ਮਹਾਰਾਜ ਨੂੰ ਕਹਿ ਕਹਿ ਕੇ ਡਰਾਉਣਾ ਕਰੋ। ਇਸ ਤਰ੍ਹਾਂ ਔਰੰਗਜ਼ੇਬ ਆਖਦਾ ਹੈ। ਕਹੋ ਜੇ ਮਾਨ ਲੈ ਕਿਸ ਰੀਤ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਨੂੰ ਕਿਵੇਂ ਨਾ ਕਿਵੇਂ ਸੋ ਡਰਾ ਕੇ ਉਹਨਾਂ ਨੂੰ ਮਨਾ ਲੈਣਾ ਕਰੋ। ਤਾੜਨ ਕਰੇ ਤਰਾਸ ਹੋਈ ਤੇ ਚੀਤ। ਸਤਿਗੁਰਾਂ ਨੂੰ ਡਰਾਓ ਜਿੰਨਾ ਡਰਾਇਆ ਜਾਂਦਾ, ਡਰਾ ਕੇ, ਧਮਕਾ ਕੇ, ਲਾਲਚ ਦੇ ਕੇ, ਜੋ ਵੀ ਹੁੰਦਾ ਕਰਕੇ ਮੁਸਲਮਾਨ ਕਰਨਾ ਕਰੋ। ਤੋ ਮਮ ਢਿਗ ਤਬ ਹੈ ਕਹੀ ਜੈ। ਤੇ ਜਦੋਂ ਮਹਾਰਾਜ ਮੰਨਣਗੇ ਨਾ ਉਦੋਂ ਮੇਰੇ ਕੋਲ ਆ ਕੇ ਦੱਸਿਓ ਵੀ ਮਹਾਰਾਜ ਮੁਸਲਮਾਨ ਬਣਨ ਵਾਸਤੇ ਮੰਨ ਗਏ ਹਨ। ਰਹੋ ਸੁਚੇਤ ਵਿਸ਼ਵਾਸ ਨ ਕੀਜੈ। ਇਸ ਕਰਕੇ ਸੁਚੇਤ ਰਹੋ, ਸਾਵਧਾਨ ਰਹੋ, ਕਦੇ ਵੀ ਧੋਖੇ ਵਿੱਚ ਨਾ ਆ ਜਾਇਓ, ਛਲ ਵਿੱਚ ਨਾ ਆ ਜਾਇਓ। ਇਸ ਤਰ੍ਹਾਂ ਔਰੰਗਜ਼ੇਬ ਆਪਣੇ ਵਜ਼ੀਰਾਂ ਨੂੰ, ਪਹਿਰੇਦਾਰਾਂ ਨੂੰ ਕਹਿੰਦਾ ਹੈ। ਜੇਕਰ ਜਾਹੇ ਨਿਕਸ ਕਰ ਕੈਸੇ। ਜੇ ਸਤਿਗੁਰੂ ਪਾਤਸ਼ਾਹ ਕਿਵੇਂ ਵੀ ਜੇਲ੍ਹ ਦੇ ਵਿੱਚੋਂ ਨਿਕਲ ਜਾਂਦੇ ਹਨ ਹੋਏ ਤਾੜਨਾ ਤੁਝ ਪਰ ਤੈਸੇ। ਤੇ ਤੈਨੂੰ ਮੈਂ ਬੜਾ ਮਰਵਾਵਾਂਗਾ। ਹੁਣ ਵਿਚਾਰੇ ਉਸ ਜਮਾਦਾਰ ਦਾ ਕੀ ਦੋਸ਼ ਹੈ? ਹੁਣ ਮਹਾਰਾਜ ਦੇ ਕੋਲ ਤੇ ਸਾਰੀਆਂ ਕਲਾ ਸਮਰੱਥ ਨੇ ਨਾ ਪਾਤਸ਼ਾਹ। ਹੁਣ ਔਰੰਗਜ਼ੇਬ ਕਹਿੰਦਾ ਪਿਆ, ਕਹਿੰਦਾ ਵੀ ਜੇ ਮੈਨੂੰ ਪਤਾ ਲੱਗ ਗਿਆ ਨਾ ਵੀ ਮਹਾਰਾਜ ਜੇਲ੍ਹ ਵਿੱਚੋਂ ਨਿਕਲ ਗਏ ਤੇ ਫਿਰ ਤੇਰੀ ਖੈਰ ਕੋਈ ਨਹੀਂ, ਫਿਰ ਤੈਨੂੰ ਬੜੀ ਸਜ਼ਾ ਦੇਵਾਂਗਾ। ਇਸ ਤਰ੍ਹਾਂ ਕਹਿ ਕੇ ਉਸ ਵਜ਼ੀਰ ਨੂੰ ਇਸਨੇ ਡਰਾਇਆ ਹੈ। ਸੰਕਟ ਘਨੇ ਪਾਏ ਜਿਉ ਸੋਈ। ਸਤਿਗੁਰਾਂ ਨੂੰ ਵੱਧ ਤੋਂ ਵੱਧ ਸੰਕਟ ਦਿਓ, ਵੱਧ ਤੋਂ ਵੱਧ ਦੁੱਖ ਦਿਓ ਜਿੰਨੇ ਦੇ ਸਕਦੇ ਹੋ। ਕਰੋ ਸੁਰੀਤ ਜੋ ਸੂਦਾ ਹੋਈ। ਇਹੋ ਜਿਹਾ ਕੰਮ ਤੁਹਾਨੂੰ ਮੇਰੇ ਕੋਲੋਂ ਪਰਮਿਸ਼ਨ ਲੈਣ ਦੀ, ਆਗਿਆ ਲੈਣ ਦੀ ਲੋੜ ਨਹੀਂ ਹੈ। ਜਿਹੜਾ ਵੀ ਤੁਸੀਂ ਮਹਾਰਾਜ ਨੂੰ ਤਸੀਹਾ ਦੇ ਸਕਦੇ ਜੇ, ਦੁੱਖ ਦੇ ਸਕਦੇ ਜੇ, ਦਿਓ। ਇੰਨੇ ਦੁੱਖ ਦਿਓ ਵੀ ਮਹਾਰਾਜ ਮੰਨ ਹੀ ਜਾਣ ਵੀ ਅਸੀਂ ਮੁਸਲਮਾਨ ਬਣਨ ਵਾਸਤੇ ਤਿਆਰ ਹਾਂ। ਜਿੰਨੇ ਮਰਜ਼ੀ ਸੰਕਟ ਦੇ ਦਿਓ, ਮੈਂ ਤੁਹਾਨੂੰ ਰੋਕਾਂਗਾ ਨਹੀਂ, ਪਰ ਇਹਨਾਂ ਨੂੰ ਮੁਸਲਮਾਨ ਬਣਨ ਵਾਸਤੇ ਤਿਆਰ ਕਰੋ। ਇਮ ਤਾੜਨ ਕਰ ਪਠਿਓ ਸਿਪਾਹੀ। ਇਸ ਤਰ੍ਹਾਂ ਤਾੜ ਕੇ ਨਾ ਚੰਗੀ ਤਰ੍ਹਾਂ ਆਪਣੇ ਸਿਪਾਹੀ ਉਸ ਵੇਲੇ ਮਹਾਰਾਜ ਦੀ ਨਿਗਰਾਨੀ ਵਿੱਚ ਭੇਜੇ ਹਨ। ਸਾਵਧਾਨ ਠਾਂਡੋ ਰੋ ਪਾਈ। ਆਖਿਆ ਸਾਵਧਾਨ ਰਹੋ, ਮਹਾਰਾਜ ਦੇ ਕੋਲ ਹਰ ਵੇਲੇ ਖੜੇ ਰਹਿਣਾ ਹੈ। ਕਰਾਮਾਤ ਕਰ ਜੇ ਕਰ ਗਏ। ਜੇ ਸਤਿਗੁਰੂ ਪਾਤਸ਼ਾਹ ਮਹਾਰਾਜ ਦੀ ਸ਼ਕਤੀ ਕਰਕੇ, ਸ਼ਕਤੀ ਵਿਖਾ ਕੇ ਕਿਤੇ ਚਲੇ ਗਏ ਤਾਂ ਤਉ ਨੇ ਦੋਸਤਨ ਕਹਮ ਪਇਓ। ਤੇ ਉਸ ਵੇਲੇ ਫਿਰ ਜੇ ਮਹਾਰਾਜ ਕਿਤੇ ਚਲੇ ਗਏ ਤੇ ਫਿਰ ਸਾਡਾ ਕੀ ਦੋਸ਼ ਹੈ? ਉਹ ਸਿਪਾਹੀ ਵਿਚਾਰੇ ਤਰਲੇ ਕਰਦੇ। ਔਰੰਗਜ਼ੇਬ ਕਹਿੰਦੇ ਬਾਦਸ਼ਾਹ ਸਲਾਮਤ, ਜੇ ਹੁਣ ਮਹਾਰਾਜ ਨੇ ਸ਼ਕਤੀ ਵਿਖਾ ਦਿੱਤੀ, ਕੋਈ ਕਰਾਮਾਤ ਹੀ ਵਿਖਾ ਦਿੱਤੀ, ਫਿਰ ਸਾਡਾ ਕੀ ਦੋਸ਼ ਹੈ? ਅਸੀਂ ਫਿਰ ਕੀ ਕਰ ਸਕਦੇ ਹਾਂ? ਇਸ ਵਿਦ ਬਿਨ ਅਸਕੋ ਚਲ ਜਾਇਓ। ਇਸ ਤਰ੍ਹਾਂ ਦੇ ਨਾਲ ਕੋਈ ਜਾ ਸਕਦਾ ਕਰਾਮਾਤ ਕਰਕੇ, ਪਰ ਕਰਾਮਾਤ ਤੋਂ ਬਿਨਾ ਅਸੀਂ ਮਹਾਰਾਜ ਨੂੰ ਜੇਲ੍ਹ ਵਿੱਚੋਂ ਨਹੀਂ ਜਾਣ ਦੇਵਾਂਗੇ। ਕੌਣ ਦੋ ਥਣੀ ਨੋ ਕਿਮ ਜਾਏ। ਕਹਿਣ ਲੱਗੇ ਵੀ ਇਸੇ ਤਰ੍ਹਾਂ ਇਹ ਕਿਵੇਂ ਕੋਈ ਜਾ ਸਕਦਾ ਹੈ, ਕਿਸ ਤਰ੍ਹਾਂ ਭੱਜ ਸਕਦੇ ਹਨ? ਇਮ ਵਿਚਾਰ ਕੀਨਸ ਤਕਰਾਈ। ਇਸ ਤਰ੍ਹਾਂ ਵਿਚਾਰ ਕੇ ਉਸ ਵੇਲੇ ਫਿਰ ਕਹਿਣ ਲੱਗੇ ਵੀ ਤਕੜਾਈ ਕੀਤੀ ਹੈ, ਚੰਗੀ ਤਰ੍ਹਾਂ ਚੰਗੇ ਪ੍ਰਬੰਧ ਕੀਤੇ ਹਨ। ਕਾਰਾਗ੍ਰਹਿ ਮੈਂ ਗੁਰਦਿਖ ਸੁਖਦਾਈ। ਤੇ ਸਤਿਗੁਰੂ ਪਾਤਸ਼ਾਹ ਭਾਈ ਜੇਲ੍ਹ ਵਿੱਚ ਬੈਠੇ ਹੋਏ ਹਨ। ਦੋਹਰਾ ਬੀਤੇ ਕੇ ਤਕ ਦਿਵਸ ਜਬ ਕਾਰਾਗ੍ਰਹਿ ਕੇ ਮਾਹੇ। ਸਤਿਗੁਰੂ ਪਾਤਸ਼ਾਹ ਮਹਾਰਾਜ ਨੂੰ ਜੇਲ੍ਹ ਵਿੱਚ ਗੁਰਮੁਖੋ ਇੱਕ ਦਿਨ ਨਹੀਂ ਕਈ ਦਿਨ ਲੰਘ ਗਏ ਜੇਲ੍ਹ ਵਿੱਚ ਬੈਠੇ। ਮਹਾਰਾਜ ਜੇਲ੍ਹ ਇਹੋ ਜਿਹੀ ਬਣਾਈ ਹੈ, ਪਿੰਜਰਾ ਲੋਹੇ ਦਾ ਇਹੋ ਜਿਹਾ ਬਣਾਇਆ ਜਿਹਦੇ ਵਿੱਚ ਬਿਠਾਇਆ। ਇਤਿਹਾਸਕਾਰ ਕਹਿੰਦੇ ਨੇ ਵੀ ਉਸ ਪਿੰਜਰੇ ਵਿੱਚ ਮਹਾਰਾਜ ਤੋਂ ਸਿੱਧੇ ਖੜੇ ਨਹੀਂ ਹੋਇਆ ਜਾਂਦਾ। ਜਿੰਨਾ ਮਹਾਰਾਜ ਦਾ ਕੱਦ ਹੈ ਨਾ, ਕੱਦ ਤੋਂ ਛੋਟਾ ਪਿੰਜਰਾ ਬਣਾਇਆ ਵੀ ਸਿੱਧਾ ਲੱਕ ਕਰਕੇ ਖੜੇ ਨਾ ਹੋ ਜਾ। ਇਸ ਪਿੰਜਰੇ ਨੂੰ ਇੰਨਾ ਛੋਟਾ ਬਣਾਇਆ ਵੀ ਇਹਦੇ ਵਿੱਚ ਚੌਂਕੜਾ ਮਾਰ ਕੇ ਮਹਾਰਾਜ ਬੈਠ ਨਾ ਸਕਣ, ਕਿਸੇ ਤਰ੍ਹਾਂ ਵੀ ਬੈਠਿਆ ਨਾ ਜਾਵੇ, ਇਸ ਤਰ੍ਹਾਂ ਦਾ ਬਣਾਇਆ ਹੋਇਆ। ਇਸ ਪਿੰਜਰੇ ਨੂੰ ਇਸ ਤਰੀਕੇ ਦਾ ਬਣਾਇਆ ਹੋਇਆ ਹੈ, ਇਹਦੇ ਵਿੱਚ ਕਿਤੇ ਮਹਾਰਾਜ ਲੰਮੇ ਨਾ ਪੈ ਜਾਣ। ਹੁਣ ਸਾਡੇ ਆਮ ਤੌਰ 'ਤੇ ਜ਼ਿੰਦਗੀ ਵਿੱਚ 3 ਆਸਨ ਨੇ, ਜਾਂ ਅਸੀਂ ਥੱਕ ਜਾਈਏ ਲੰਮੇ ਪੈ ਜਾਈਦਾ, ਲੰਮੇ ਪੈ ਜਾਈਏ ਤੇ ਉੱਠ ਕੇ ਬੈਠ ਜਾਈਦਾ, ਤੇ ਬੈਠਿਆਂ ਜੇ ਜਾਣਾ ਚਾਹੀਏ ਤੇ ਖੜੇ ਹੋ ਜਾਈਦਾ। ਪਰ ਜੇ 3 ਆਸਨ ਨਾ ਲੱਗ ਸਕਣ ਤੇ ਫਿਰ ਅਸੀਂ ਜ਼ਿਆਦਾ ਸਮਾਂ ਇਹ ਜਿਹੜਾ ਸੰਕਟ ਦੁੱਖ ਹੈ ਨਾ ਸਹਿ ਨਹੀਂ ਸਕਦੇ। ਵੀ ਨਾ ਖੜਾ ਹੋ ਸਕਦਾ ਨਾ ਬਹਿ ਸਕਦਾ, ਉਹ ਵਿਚਕਾਰਲਾ ਆਸਨ ਜਿਹੜਾ ਨਾ ਉਹ ਛੇਤੀ ਥਕਾ ਦਿੰਦਾ। ਪਿੰਜਰੇ ਨੂੰ ਬੜੇ ਬੜੇ ਤਿੱਖੇ ਕਿੱਲ ਲਾਏ ਹੋਏ, ਤਿੱਖੀਆਂ ਤਿੱਖੀਆਂ ਪੱਤਰੀਆਂ ਲਾਈਆਂ ਹੋਈਆਂ ਵੀ ਜੇ ਬੈਠਣ ਦਾ ਯਤਨ ਕਰਨ ਤੇ ਪੱਤਰੀਆਂ ਚੁੱਭ ਜਾਣ, ਕਿੱਲ ਚੁੱਭ ਜਾਣ। ਜੇ ਸਿੱਧਾ ਖੜੇ ਹੋਣ ਦਾ ਯਤਨ ਕਰਨ ਤੇ ਸਿਰ ਵਿੱਚ ਕਿੱਲ ਇਹਨਾਂ ਦੇ ਖੁੱਭ ਜਾਣ। ਜੇ ਬੈਠਣ ਦਾ ਯਤਨ ਕਰਨ ਤੇ ਲੱਤਾਂ ਨੂੰ ਉਹ ਕਿੱਲ ਜਿਹੜੇ ਨੇ ਉਹ ਚੁੱਭ ਜਾਣ, ਇਹਨਾਂ ਨੂੰ ਸੰਕਟ ਹੋਵੇ। ਇਹੋ ਜਿਹੇ ਲੋਹੇ ਦੇ ਪਿੰਜਰੇ ਦੇ ਵਿੱਚ ਸਾਹਿਬ ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਬਿਠਾਇਆ ਹੋਇਆ। ਇੱਕ ਦਿਨ ਨਹੀਂ ਕਹਿੰਦੇ ਉਸ ਪਿੰਜਰੇ ਵਿੱਚ ਬੈਠਿਆਂ
ਮਹਾਰਾਜ ਸਾਹਿਬ ਜੀਆਂ ਨੂੰ ਕਈ ਦਿਨ ਬਤੀਤ ਹੋ ਗਏ ਹਨ। ਸਰਬ ਰੀਤ ਤੇ ਕਠਨਤਾ ਕਰੈ ਤੁਰਕ ਬਦਰਾਏ। ਬਾਦਸ਼ਾਹ ਔਰੰਗਜ਼ੇਬ ਤੇ ਜਿੰਨੇ ਇਹਦੇ ਵਜ਼ੀਰ ਨੇ ਜੋ ਵੀ ਇਹ ਕਰ ਸਕਦੇ ਸਨ, ਜਿਨ੍ਹਾਂ ਨੂੰ ਆਪਾਂ ਕਹਿੰਦੇ ਵੀ ਪੂਰਾ ਜ਼ੋਰ ਇਹਨਾਂ ਨੇ ਲਾਇਆ ਵੀ ਮਹਾਰਾਜ ਕਿਵੇਂ ਨਾ ਕਿਵੇਂ ਦੁਖੀ ਹੋ ਜਾਣ ਤੇ ਸਾਡੀ ਗੱਲ ਮੰਨ ਲੈਣ, ਸਾਡੇ ਧਰਮ ਦੇ ਵਿੱਚ ਆ ਜਾਣ, ਇਹ ਸਭ ਕੁਝ ਔਰੰਗਜ਼ੇਬ ਕਰਦਾ ਹੈ। ਚੌਪਈ ਪੁਨਹ ਮੁਲਾਨੇ ਕਾਜੀ ਆਓ। ਕਹਿੰਦੇ ਜਦੋਂ ਕਈ ਦਿਨ ਲੰਘ ਗਏ ਨਾ ਤੇ ਬਾਦਸ਼ਾਹ ਨੇ ਸੋਚਿਆ ਵੀ ਗੱਲ ਬਣਦੀ ਨਹੀਂ ਪਈ, ਮਹਾਰਾਜ ਸਾਡੀ ਕਹਿਣੀ ਮੰਨਦੇ ਨਹੀਂ ਪਏ। ਹੁਣ ਬਾਦਸ਼ਾਹ ਨੇ ਅੱਜ ਨਵਾਂ ਤਰੀਕਾ ਲੱਭਿਆ, ਇਹਨੇ ਆਪਣੀ ਕਚਹਿਰੀ ਦੇ ਵਿੱਚ ਕਾਜੀ ਤੇ ਮੁਲਾਣੇ ਸੱਦੇ। ਇੱਕ ਦਿਨ ਮੀਟਿੰਗ ਕੀਤੀ, ਮੀਟਿੰਗ ਦੇ ਵਿੱਚ ਇਸਨੇ ਸਾਰਿਆਂ ਨੂੰ ਬੁਲਾਇਆ ਹੈ। ਮਿਲ ਮਸਲਤ ਕੀਨਸ ਇੱਕ ਠੌਰ। ਸਾਰਿਆਂ ਨੇ ਸਲਾਹ ਕੀਤੀ ਵੀ ਇਹੋ ਜਿਹਾ ਕੋਈ ਕੰਮ ਕਰੀਏ ਜਿਹਦੇ ਨਾਲ ਮਹਾਰਾਜ ਸਾਡਾ ਕਹਿਣਾ ਮੰਨਣਾ ਕਰਨਾ। ਹਿੰਦੁਨ ਗੁਰੂ ਗਹਿਓ ਦ੍ਰਿੜ ਸ਼ਾਹੂ। ਬਾਦਸ਼ਾਹ ਕਹਿੰਦਾ ਵੀ ਸਤਿਗੁਰੂ ਗੁਰੂ ਤੇਗ ਬਹਾਦਰ ਪਾਤਸ਼ਾਹ ਬੜਾ ਹੱਠ ਕਰਕੇ ਬੈਠੇ ਹੋਏ ਨੇ, ਸਾਡੀ ਗੱਲ ਮੰਨਦੇ ਨਹੀਂ ਹਨ। ਕਰਿਓ ਕੈਦ ਬਹੁਤ ਸੰਕਟ ਮਾਹੂ। ਅਸੀਂ ਕੈਦ ਵੀ ਕੀਤਾ ਹੋਇਆ ਤੇ ਬੜੇ ਉਹਨਾਂ ਨੂੰ ਸੰਕਟ ਦੁੱਖ ਦਿੱਤੇ ਹੋਏ ਹਨ। ਇਤਨੇ ਦਿਨ ਸੋ ਬੀਤ ਗਏ ਹਨ। ਇੰਨੇ ਦਿਨ ਬਤੀਤ ਗਏ, ਮਹਾਰਾਜ ਮੰਨੇ ਕਿਉਂ ਨਹੀਂ? ਹੁਣ ਬਾਦਸ਼ਾਹ ਵੀ ਸੋਚਦਾ ਨਾ ਵੀ ਇੱਕ ਦਿਨ 2 ਦਿਨ ਹੋਇਆ, ਪਰ ਅਸੀਂ ਤੇ ਕਿੰਨੇ ਦਿਨਾਂ ਦੇ ਇਹਨਾਂ ਨੂੰ ਬੰਨ੍ਹ ਕੇ ਬੈਠੇ ਆ, ਹਾਲੇ ਤੱਕ ਇਹ ਸਾਡੀ ਗੱਲ ਮੰਨਦੇ ਕਿਉਂ ਨਹੀਂ ਹਨ? ਤਾੜਨ ਅਨਕ ਪ੍ਰਕਾਰ ਕੀਏ ਹਨ। ਤੇ ਇੰਨੇ ਅਸੀਂ ਯਤਨ ਕੀਤੇ ਪਰ ਸਾਡਾ ਕੋਈ ਵੀ ਯਤਨ ਪੂਰਾ ਨਹੀਂ ਹੈ। ਰੰਗ ਚੱਕ ਹੱਠ ਨਹਿ ਤਿਆਗਨ ਕੀਨਸ। ਸਤਿਗੁਰਾਂ ਦੀਆਂ ਗੱਲਾਂ ਤੋਂ ਲੱਗਦਾ ਵੀ ਇਹ ਥੋੜਾ ਜਿੰਨਾ ਵੀ ਇਹਨਾਂ ਨੇ ਬਦਲਣ ਦਾ ਇਰਾਦਾ ਨਹੀਂ ਬਣਾਇਆ, ਇਹ ਤੇ ਥੋੜਾ ਜਿੰਨਾ ਵੀ ਨਹੀਂ ਬਦਲੇ ਸਾਡੀ ਗੱਲ ਮੰਨਣ ਵਾਸਤੇ। ਸਾਡੇ ਸੰਕਟ ਤੇ ਭਾਵੇਂ ਅਸੀਂ ਦੇ ਰਹੇ ਹਾਂ, ਦੁੱਖ ਤੇ ਅਸੀਂ ਦੇ ਰਹੇ ਹਾਂ, ਪਰ ਸਾਡੇ ਦੁੱਖਾਂ ਦਾ ਲੱਗਦਾ ਵੀ ਮਹਾਰਾਜ ਤੇ ਕੋਈ ਅਸਰ ਨਹੀਂ ਹੁੰਦਾ ਹੈ। ਵਧਿਓ ਪ੍ਰਥਮ ਤੇ ਦ੍ਰਿੜਤਾ ਤੇ ਸਤਿਗੁਰਾਂ ਦੀ ਪਹਿਲਾਂ ਨਾਲੋਂ ਵੀ ਦ੍ਰਿੜਤਾ ਵੱਧ ਗਈ ਹੈ, ਹੌਸਲਾ ਪਹਿਲਾਂ ਨਾਲੋਂ ਵੀ ਜ਼ਿਆਦਾ ਹੈ, ਜਜ਼ਬਾ ਪਹਿਲਾਂ ਨਾਲੋਂ ਵੀ ਜ਼ਿਆਦਾ ਕਾਇਮ ਹੋ ਗਿਆ ਹੈ। ਇਹ ਸਾਡੀ ਗੱਲ ਮੰਨਣ ਵਾਸਤੇ ਤਿਆਰ ਨਹੀਂ ਹਨ। ਅਨੇਕ ਉਪਾਏ ਕੀਏ ਬਹੁ ਰੋਕਾ। ਅਸੀਂ ਬੜੇ ਯਤਨ ਕੀਤੇ ਪਰ ਕੋਈ ਕਾਮਯਾਬ ਨਹੀਂ ਹੈ। ਇੱਕ ਸਮ ਮੁਖ ਤਿਨ ਕੋ ਅਵਲੋਕਾ। ਹੁਣ ਜਿਹੜੇ ਬੰਦੇ ਰੋਜ਼ ਵੇਖਦੇ ਨੇ ਉਹ ਆ ਕੇ ਦੱਸਦੇ ਵੀ ਬਾਦਸ਼ਾਹ ਸਲਾਮਤ, ਮਹਾਰਾਜ ਦੇ ਚਿਹਰੇ ਤੇ ਕੋਈ ਗਮ ਨਹੀਂ ਹੈ, ਕੋਈ ਦੁੱਖ ਨਹੀਂ ਹੈ, ਕੋਈ ਪਛਤਾਵਾ ਨਹੀਂ ਹੈ, ਉਹਨਾਂ ਦਾ ਚਿਹਰਾ ਮੁਰਝਾਇਆ ਨਹੀਂ, ਸਗੋਂ ਖਿੜਿਆ ਹੋਇਆ, ਉਹ ਤੇ ਬੜੀ ਖੁਸ਼ੀ ਨਾਲ ਬੈਠੇ। ਹੁਣ ਰੋਜ਼ ਦੀ ਰੋਜ਼ ਰਿਪੋਰਟ ਮਿਲਦੀ ਹੈ ਬਾਦਸ਼ਾਹ ਨੂੰ ਵੀ ਮਹਾਰਾਜ ਨੂੰ ਤੇ ਕਿਸੇ ਤਰ੍ਹਾਂ ਦਾ ਕੋਈ ਗਮ ਨਹੀਂ ਹੈ। ਨਹੀਂ ਤਰਾਸ ਤੇ ਦੇਖਿਓ ਤੇ ਦੀਨ। ਮਹਾਰਾਜ ਨੂੰ ਇੱਕ ਦਿਨ ਵੀ ਇਹਨਾਂ ਨੇ ਜੇਲ੍ਹ ਵਿੱਚ ਡਰ ਦੇ ਵਿੱਚ ਵੇਖਿਆ ਨਹੀਂ ਹੈ। ਅੱਜ ਕੱਲ੍ਹ ਦੁਨੀਆ ਦੇ ਪਖੰਡੀ ਗੁਰੂ ਬਣੇ ਫਿਰਦੇ ਨੇ, ਪਖੰਡ ਦੇ ਵਿੱਚ ਆ ਕੇ ਗੁਰੂ ਤੇ ਬਣ ਜਾਂਦੇ। ਪਖੰਡ ਕਰਨਾ ਸੌਖਾ ਤੇ ਜਦੋਂ ਸਮੇਂ ਦੀ ਹਕੂਮਤ ਸਜ਼ਾ ਸੁਣਾਉਂਦੀ ਹੈ ਨਾ, ਫਿਰ ਉੱਥੇ ਕਚਹਿਰੀ ਵਿੱਚ ਅਦਾਲਤ ਵਿੱਚ ਬੈਠ ਕੇ ਹੀ ਰੋਣ ਲੱਗ ਪੈਂਦੇ, ਹਾਏ ਮਰ ਗਏ, ਸਾਡੇ ਤੇ ਤਰਸ ਕਰੋ, ਮੈਂ ਇੰਨੇ ਚੰਗੇ ਕੰਮ ਵੀ ਕੀਤੇ, ਜੇ ਮੈਂ ਮਾੜੇ ਕੀਤੇ ਤੇ ਨਾਲ ਚੰਗੇ ਵੀ ਕੀਤੇ ਨੇ, ਮੈਨੂੰ ਛੱਡ ਦਿੱਤਾ ਜਾਵੇ। ਫਿਰ ਜਦੋਂ ਜੇਲ੍ਹ ਵਿੱਚ ਚਲੇ ਜਾਂਦੇ, ਫਿਰ ਉੱਥੇ ਜਾ ਕੇ ਬੜੇ ਨਖਰੇ ਕਰਦੇ, ਕਦੇ ਬਿਮਾਰ ਹੋਣ ਦਾ ਢੋਂਗ ਹੋ ਗਿਆ, ਕਦੇ ਕਿਸੇ ਚੀਜ਼ ਦਾ ਵੀ ਹੁਣ ਜੇਲ੍ਹ ਵਿੱਚੋਂ ਨਿਕਲੀਏ। ਇਹ ਪਖੰਡੀਆਂ ਦੀ ਹਾਲਤ ਹੈ। ਪਖੰਡ ਕਰਨਾ ਹੈ ਤੇ ਬੜਾ ਸੌਖਾ, ਪਰ ਸਜ਼ਾ ਨਹੀਂ ਭੁਗਤੀ ਜਾਂਦੀ ਹੈ ਇਹਨਾਂ ਦੇ ਕੋਲੋਂ। ਇਹ ਸੱਚਾ ਗੁਰੂ ਇਹੋ ਜਿਹਾ ਹੈ। ਬਾਦਸ਼ਾਹ ਔਰੰਗਜ਼ੇਬ ਆਪਣਾ ਪੂਰਾ ਜ਼ੋਰ ਲਾਈ ਬੈਠਾ, ਪਰ ਮਹਾਰਾਜ ਜੀ ਨੂੰ ਮਾਸਾ ਜਿੰਨਾ ਵੀ ਬਦਲ ਨਹੀਂ ਸਕਿਆ ਹੈ। ਬਦਨ ਪ੍ਰਕਾਸ਼ ਪ੍ਰਸੰਨਤਾ ਲੀਨ। ਸਤਿਗੁਰੂ ਪਾਤਸ਼ਾਹ ਬੜੇ ਪ੍ਰਸੰਨ ਹੋ ਕੇ ਬੈਠੇ ਹਨ। ਨਹੀਂ ਸ਼ਰਮ ਹੈ ਆਵਨ ਮਨ। ਤੇ ਮਹਾਰਾਜ ਨਹੀਂ ਆਉਣਗੇ। ਇਹਨਾਂ ਨੂੰ ਸਮਝ ਲੱਗ ਗਈ ਵੀ ਸਤਿਗੁਰੂ ਸਾਡੇ ਧਰਮ ਦੇ ਵਿੱਚ ਆਉਣਾ ਮੰਨਣਗੇ ਨਹੀਂ, ਇਹਨਾਂ ਨੇ ਨਹੀਂ ਆਉਣਾ ਹੈ। ਕਹਿਓ ਸ਼ਾਹ ਕੋ ਰਿਦਾਨਾਨ। ਤੇ ਬਾਦਸ਼ਾਹ ਦਾ ਕਿਆ ਹੋਇਆ? ਗੁਰੂ ਨੇ ਨਹੀਂ ਮੰਨਣਾ। ਇਹ ਸਾਰੇ ਸਮਝ ਗਏ ਹਨ, ਆਪਣੇ ਆਪ ਕੋ ਲਖੈ ਬਡੇਰਾ। ਕਿਉਂਕਿ ਸਤਿਗੁਰੂ ਆਪਣੇ ਆਪ ਨੂੰ ਵੱਡਾ ਜਾਣਦੇ ਨੇ। ਔਰੰਗਜ਼ੇਬ ਤੂੰ ਤੇ ਕੁਝ ਵੀ ਨਹੀਂ ਹੈ। ਵਜ਼ੀਰਾਂ ਨੇ ਆਖਿਆ, ਕਹਿਣ ਲੱਗੇ ਔਰੰਗਜ਼ੇਬ, ਗੁਰੂ ਤੇਗ ਬਹਾਦਰ ਪਾਤਸ਼ਾਹ ਆਪਣੇ ਆਪ ਨੂੰ ਤੇਰੇ ਤੋਂ ਬਹੁਤ ਵੱਡਾ ਸਮਝਦੇ ਹਨ। ਕਰਹਿ ਤਰਕ ਤੁਰਕਨ ਮਤ ਜੇਰਾ। ਤੇ ਜਿਹੜਾ ਤੁਰਕਾਂ ਦਾ ਮਤ ਹੈ ਨਾ, ਇਹਨੂੰ ਮਹਾਰਾਜ ਨੀਵਾਂ ਦੱਸਦੇ ਪਏ। ਇਸਲਾਮ ਨੂੰ ਨੀਵਾਂ ਕਹਿੰਦੇ, ਆਪਣੇ ਆਪ ਨੂੰ, ਆਪਣੇ ਧਰਮ ਨੂੰ ਵੱਡਾ ਆਖਦੇ। ਇਸ ਕਰਕੇ ਮਹਾਰਾਜ ਨੇ ਮੰਨਣਾ ਨਹੀਂ ਹੈ। ਆਪਾਂ ਬਚਨ ਪੜ੍ਹਦੇ ਹਾਂ ਨਾ ਇਤਿਹਾਸ ਦੇ ਵਿੱਚ ਕਿ ਮਹਾਰਾਜ ਸਾਹਿਬ ਜੀਆਂ ਦੇ ਸਿੱਖ ਜਿਹੜੇ ਹੋਏ ਨੇ ਬੜੇ ਬੜੇ ਮਹਾਨ, ਭਾਈ ਸ਼ੁਬੇਗ ਸਿੰਘ ਜੀ ਤੇ ਭਾਈ ਸ਼ਾਹਬਾਜ਼ ਸਿੰਘ ਜੀ, ਇਹ ਹੋਏ ਨੇ ਜ਼ਕਰੀਆ ਖਾਨ ਦੇ ਸਮੇਂ। ਤੇ ਭਾਈ ਸ਼ਾਹਬਾਜ਼ ਸਿੰਘ ਜੀ ਪੜ੍ਹਦੇ ਸਨ ਪਾਠਸ਼ਾਲਾ ਦੇ ਵਿੱਚ ਕਾਜੀ ਦੇ ਕੋਲ। ਕਾਜੀ ਨੇ ਰੋਜ਼ ਪੜ੍ਹਾਉਣਾ ਬੱਚਿਆਂ ਨੂੰ ਆ ਕੇ, ਤੇ ਪੜ੍ਹਾਉਣ ਤੋਂ ਮਗਰੋਂ ਉਹਨੇ ਆਪਣੇ ਧਰਮ ਦੀ ਵਡਿਆਈ ਕਰਨੀ ਵੀ ਇਸਲਾਮ ਧਰਮ ਵਿੱਚ ਇਹ ਵਡਿਆਈ ਹੈ, ਇਹ ਵਡਿਆਈ ਹੈ, ਆਪਣੀਆਂ ਵਡਿਆਈਆਂ ਦੱਸਣੀਆਂ। ਜਦੋਂ ਕਾਜੀ ਕਈ ਦਿਨ ਲੱਗਾ ਰਿਹਾ ਨਾ ਆਪਣੇ ਧਰਮ ਦੀ ਮਹਿਮਾ ਕਰਨ ਵਾਸਤੇ, ਤੇ ਇੱਕ ਦਿਨ ਸ਼ਾਹਬਾਜ਼ ਸਿੰਘ ਨੇ ਜਵਾਬ ਦਿੱਤਾ, ਕਿਉਂਕਿ ਉਹ ਬੜਾ ਸਿਆਣਾ ਬੱਚਾ ਸੀ, ਗੁਰਮਤਿ ਦਾ ਘੜਿਆ ਹੋਇਆ, ਘਰ ਵਿੱਚੋਂ ਗੁੜਤੀ ਮਿਲੀ ਹੈ ਗੁਰਮਤਿ ਦੀ, ਨਾਮ ਬਾਣੀ ਦੀ, ਗੁਰਮਤਿ ਦਾ ਗਿਆਨ ਹੈ। ਉਹਨੇ ਕਾਜੀ ਨੂੰ ਜਵਾਬ ਦਿੱਤਾ ਇੱਕ ਦਿਨ ਵੀ ਤੁਹਾਡੇ ਧਰਮ ਦੇ ਵਿੱਚ ਆਹ ਗੱਲ ਠੀਕ ਨਹੀਂ ਹੈ। ਹੁਣ ਕਾਜੀ ਗੁੱਸੇ ਵਿੱਚ ਆ ਕੇ ਬਹਿਸ ਕਰਨ ਲੱਗ ਪਿਆ, ਚਰਚਾ ਕਰਨ ਲੱਗ ਪਿਆ। ਕਾਜੀ ਜਿਹੜਾ ਸਵਾਲ ਕਰੇ
ਭਾਈ ਸ਼ਾਹਬਾਜ਼ ਸਿੰਘ ਜੀ ਉਹਦਾ ਜਵਾਬ ਦੇ ਦਿਆ ਕਰਨ। ਜਿਹੜਾ ਸਵਾਲ ਭਾਈ ਸ਼ਾਹਬਾਜ਼ ਸਿੰਘ ਕਰੇ ਕਾਜੀ ਨੂੰ ਜਵਾਬ ਕੋਈ ਨਾ ਆਵੇ। ਮਨ ਵਿੱਚ ਹੋਰ ਗੁੱਸਾ ਆ ਗਿਆ ਵੀ ਮੈਂ ਪੜ੍ਹਾਉਣ ਵਾਲਾ ਗੁਰੂ ਅਧਿਆਪਕ ਹਾਂ, ਟੀਚਰ ਹਾਂ, ਇਹ ਮੇਰਾ ਵਿਦਿਆਰਥੀ ਹੈ, ਮੈਨੂੰ ਗੱਲ ਕੋਈ ਨਹੀਂ ਕਰਨ ਦਿੰਦਾ। ਹੁਣ ਕਲਾਸ ਦੇ ਵਿੱਚ ਬੈਠਿਆਂ ਕਾਜੀ ਨੇ ਆਪਣੀ ਊਣਤਾ ਹੀ ਸਮਝੀ ਵੀ ਮੇਰੀ ਨਰਾਦਰੀ ਕੀਤੀ ਹੈ। ਉਹਨੇ ਜਾ ਕੇ ਫਿਰ ਉਸ ਵੇਲੇ ਸੂਬਾ ਲਾਹੌਰ ਨੂੰ ਜਾ ਕੇ ਆਖਿਆ ਵੀ ਇਹ ਬੱਚਾ ਇਸਲਾਮ ਨੂੰ ਨੀਵਾਂ ਦੱਸਦਾ ਤੇ ਆਪਣੇ ਧਰਮ ਨੂੰ ਵੱਡਾ ਦੱਸਦਾ। ਇਹ ਬੜਾ ਦਿਮਾਗੀ ਹੈ, ਬੜਾ ਗਿਆਨ ਰੱਖਦਾ ਹੈ, ਕਿਵੇਂ ਨਾ ਕਿਵੇਂ ਇਹਨੂੰ ਮੁਸਲਮਾਨ ਬਣਾਉਣਾ ਚਾਹੀਦਾ। ਤੇ ਉਸ ਵੇਲੇ ਫਿਰ ਸੂਬਾ ਲਾਹੌਰ ਨੇ ਮਨਾਉਣ ਦਾ ਬੜਾ ਯਤਨ ਕੀਤਾ, ਇੱਥੋਂ ਤੱਕ ਕਿ ਭਾਈ ਸ਼ਾਹਬਾਜ਼ ਸਿੰਘ ਤੇ ਭਾਈ ਸ਼ਬੇਗ ਸਿੰਘ ਨੂੰ ਚਰਖੜੀ ਤੇ ਚਾੜ ਦਿੱਤਾ ਗਿਆ। ਚਰਖੜੀ ਤੇ ਚਾੜ ਕੇ ਸ਼ਹੀਦ ਤੇ ਕਰ ਦਿੱਤਾ, ਪਰ ਨਾ ਬਾਪ ਨੇ ਨਾ ਪੁੱਤਰ ਨੇ ਇਸਲਾਮ ਨਹੀਂ ਮੰਨਿਆ। ਆਪਾਂ ਬਚਨ ਪੜ੍ਹਦੇ ਨਾ, ਚਰਖੜੀਆਂ ਤੇ ਚੜ੍ਹੇ ਤੇ ਧਰਮ ਹੇਤ ਸੀਸ ਦਿੱਤੇ। ਇਹ ਉਹ ਨੇ ਜਿਹੜੇ ਚਰਖੜੀ ਦੇ ਉੱਪਰ ਤੇ ਚੜ੍ਹ ਗਏ ਪਰ ਧਰਮ ਦੇ ਵਾਸਤੇ ਸੀਸ ਦਿੱਤਾ, ਧਰਮ ਨੂੰ ਛੱਡਿਆ ਨਹੀਂ ਹੈ। ਹੁਣ ਕਾਜੀ ਦਾ ਜ਼ੋਰ ਨਹੀਂ ਚੱਲਿਆ, ਆਪਣੇ ਧਰਮ ਨੂੰ ਵੱਡਾ ਦੱਸਦਾ ਹੈ ਪਰ ਧਰਮ ਨੂੰ ਵੱਡਾ ਸਾਬਤ ਨਹੀਂ ਕਰ ਪਾਇਆ। ਅਸੀਂ ਧਾਰਮਿਕ ਤੌਰ ਤੇ ਧਰਮ ਦੇ ਵਿਸ਼ੇ ਦੇ ਵਿੱਚ ਪੈਸਾ ਤੇ ਭਾਵੇਂ ਬਹੁਤ ਇਕੱਠਾ ਕਰ ਲਿਆ, ਸਾਡੀਆਂ ਸੰਸਥਾਵਾਂ ਨੇ ਪੈਸਾ ਬੜਾ ਇਕੱਠਾ ਕਰ ਲਿਆ, ਵੱਡੇ ਵੱਡੇ ਜਿਹੜੇ ਸਥਾਨ ਬਣੇ ਨੇ, ਪਰ ਅਸੀਂ ਧਾਰਮਿਕ ਤੌਰ ਤੇ ਪ੍ਰਚਾਰ ਨਹੀਂ ਕਰ ਸਕੇ। ਆਪਣੇ ਬੱਚਿਆਂ ਨੂੰ ਪੜ੍ਹਾਉਣ ਵਾਸਤੇ ਅਸੀਂ ਸਿੱਖ ਮਤ ਦੇ ਸਕੂਲ ਨਹੀਂ ਬਣਾ ਸਕੇ, ਜਿੱਥੇ ਬੱਚਿਆਂ ਨੂੰ ਗੁਰਬਾਣੀ ਦੇ ਨਾਲ ਨਾਲ ਜਿਹੜਾ ਹੈ ਗੁਰਮਤਿ ਦਾ ਗਿਆਨ ਦਿੱਤਾ ਜਾਵੇ। ਸਾਨੂੰ ਆਪਣੇ ਬੱਚਿਆਂ ਨੂੰ ਪੜ੍ਹਾਉਣ ਵਾਸਤੇ ਹੋਰਾਂ ਧਰਮਾਂ ਦੇ ਸਕੂਲਾਂ ਵਿੱਚ ਭੇਜਣਾ ਪੈਂਦਾ, ਜਿਵੇਂ ਈਸਾਈ ਮਤ ਦੇ ਸਕੂਲ ਨੇ, ਇਸਲਾਮ ਮਤ ਦੇ ਸਕੂਲ ਨੇ। ਜਦੋਂ ਸਾਡਾ ਬੱਚਾ ਉਹਨਾਂ ਸਕੂਲਾਂ ਵਿੱਚ ਜਾਵੇਗਾ, ਉਹ ਆਪਣੇ ਧਰਮ ਦਾ ਪ੍ਰਚਾਰ ਕਰਨਗੇ, ਆਪਣੇ ਧਰਮ ਦੀ ਗੱਲ ਕਰਨਗੇ, ਤੇ ਸਾਡਾ ਬੱਚਾ ਦੂਜੇ ਬੱਚਿਆਂ ਦਾ ਪ੍ਰੇਰਿਆ ਹੋਇਆ ਜ਼ਰੂਰ ਬਰ ਜ਼ਰੂਰ ਖਿੱਚਿਆ ਜਾਵੇਗਾ। ਅੱਜ ਅਸੀਂ ਸਰਕਾਰੀ ਦਫ਼ਤਰਾਂ ਵਿੱਚ ਜਾਂਦੇ ਆ ਨਾ ਕੰਮ ਕਰਾਉਣ ਵਾਸਤੇ, ਉਹਨਾਂ ਦਫ਼ਤਰਾਂ ਦੇ ਵਿੱਚ ਜਾਣ ਬੁੱਝ ਕੇ ਹਿੰਦੀ ਬੋਲੀ ਜਾਂਦੀ ਔਰ ਹਿੰਦੀ ਬੋਲਣ ਵਾਸਤੇ ਅਗਲੇ ਨੂੰ ਮਜਬੂਰ ਵੀ ਕੀਤਾ ਜਾਂਦਾ, ਕਿਉਂਕਿ ਉਹਨਾਂ ਨੂੰ ਹਦਾਇਤ ਮਿਲੀ ਹੋਈ ਹੈ ਕਿ ਸਾਡੀ ਬੋਲੀ ਦਾ ਵੱਧ ਤੋਂ ਵੱਧ ਪਸਾਰ ਹੋਵੇ, ਵੱਧ ਤੋਂ ਵੱਧ ਫੈਲਾਅ ਹੋਵੇ, ਸਾਡੀ ਭਾਸ਼ਾ ਨੂੰ ਵੱਧ ਤੋਂ ਵੱਧ ਲੋਕ ਬੋਲਣ। ਅਤੇ ਸਾਡੇ ਧਰਮ ਦੇ ਵਿੱਚ ਸਾਡੇ ਬੱਚੇ ਜਿਹੜੇ ਨੇ ਉਹ ਇਸ ਗੱਲ ਦੇ ਵਿੱਚ ਜਿਹੜਾ ਹੈ ਮਾਣ ਮਹਿਸੂਸ ਨਹੀਂ ਕਰਦੇ ਕਿ ਮੈਂ ਪੰਜਾਬੀ ਬੋਲਦਾ। ਉਹ ਪੰਜਾਬੀ ਬੋਲਣ ਨੂੰ ਸਮਝਦੇ ਵੀ ਸ਼ਾਇਦ ਮੈਂ ਅਨਪੜ੍ਹ ਹਾਂ, ਮੈਂ ਤੇ ਨੀਵਾਂ ਹੋ ਗਿਆ। ਇਹ ਜਿਹੜਾ ਦੂਜੀ ਭਾਸ਼ਾ ਬੋਲਦਾ ਪਿਆ ਇਹ ਬਹੁਤ ਆਪਣੇ ਆਪ ਨੂੰ ਵੱਡਾ ਸਮਝਦਾ, ਮੈਂ ਵੀ ਇਹਦੇ ਵਰਗਾ ਬਣ ਜਾਵਾਂ। ਇਹ ਜਿਹੜੀ ਕਮੀ ਹੈ ਨਾ ਉਹ ਸਾਡੇ ਬੱਚਿਆਂ ਦੇ ਅੰਦਰ ਕਿਵੇਂ ਨਾ ਕਿਵੇਂ ਘਰ ਕਰ ਗਈ ਹੈ। ਅੱਜ ਉਹ ਸਾਡੇ ਬੱਚੇ ਘਰ ਦੇ ਵਿੱਚ ਵੀ ਬਾਹਰ ਵੀ ਸਾਰਿਆਂ ਥਾਵਾਂ ਤੇ ਹਿੰਦੀ ਬੋਲ ਕੇ ਇੱਕ ਫਕਰ ਮਹਿਸੂਸ ਕਰਦੇ। ਭਾਸ਼ਾ ਕੋਈ ਮਾੜੀ ਨਹੀਂ ਹੈ, ਪਰ ਮਾਂ ਬੋਲੀ ਨੂੰ ਛੱਡਣਾ, ਤਿਆਗ ਦੇਣਾ, ਇਹਦੇ ਵਰਗਾ ਵੱਡਾ ਪਾਪ ਵੀ ਨਹੀਂ ਹੈ। ਆਪਣੇ ਬੱਚਿਆਂ ਨੂੰ ਪ੍ਰੇਰ ਕੇ ਘਰ ਦੇ ਵਿੱਚ ਪੰਜਾਬੀ ਦੇ ਵਿੱਚ ਗੱਲ ਕਰੋ। ਜਿੱਦਣ ਪੰਜਾਬੀ ਖਤਮ ਹੋ ਗਈ ਉਦੋਂ ਗੁਰਬਾਣੀ, ਗੁਰੂ ਦਾ ਇਤਿਹਾਸ, ਗੁਰੂ ਦੀ ਸਿੱਖੀ ਸਭ ਕੁਝ ਸਾਡੇ ਕੋਲੋਂ ਪਰੇ ਹੋ ਜਾਏਗਾ। ਪੰਜਾਬੀ ਦੇ ਵਿੱਚ ਗੱਲ ਕਰੋ, ਇਸ ਵਿੱਚ ਸ਼ਰਮ ਨਾ ਮਹਿਸੂਸ ਕਰੋ, ਕਿਉਂਕਿ ਪੰਜਾਬੀ ਇੱਕ ਦੁਨੀਆ ਦੀ ਇਹੋ ਜਿਹੀ ਭਾਸ਼ਾ ਹੈ ਜਿਹੜੀ ਮੁਕੰਮਲ ਹੈ। ਇਹਦੇ ਤੋਂ ਬਿਨਾਂ ਕੋਈ ਦੁਨੀਆ ਦੀ ਭਾਸ਼ਾ ਮੁਕੰਮਲ ਨਹੀਂ ਹੈ। ਪੰਜਾਬੀ ਵਿੱਚ ਕੋਈ ਵੀ ਨਾਮ ਲਿਖਣਾ, ਕੋਈ ਵੀ ਗੱਲ ਲਿਖਣੀ ਹੈ, ਤੁਹਾਨੂੰ ਪੂਰੇ ਅੱਖਰ ਮਿਲਣਗੇ, ਸਿਹਾਰੀ ਬਿਹਾਰੀ ਪੂਰੀ ਮੁਹਾਰਨੀ ਮਿਲੇਗੀ। ਦੁਨੀਆ 'ਤੇ ਰਾਜ ਕਰਨ ਵਾਲੀ ਅੰਗਰੇਜ਼ ਕੌਮ, ਉਹਨਾਂ ਦੀ ਭਾਸ਼ਾ ਦੇ ਵਿੱਚ ਨਾਮ ਲਿਖਣਾ ਨਾ, ਤੇ ਤੁਹਾਨੂੰ ਨਾਮ ਲਿਖਣ ਵਾਸਤੇ ਦੋ ਦੋ ਅੱਖਰ ਜੋੜਨੇ ਪੈਣਗੇ। ਇੱਕ ਅੱਖਰ ਦੀ ਮਦਦ ਵਾਸਤੇ ਦੂਜਾ ਅੱਖਰ ਉਤਾਰਨਾ ਪਵੇਗਾ, ਫਿਰ ਜਾ ਕੇ ਕਿਤੇ ਪੂਰਾ ਨਾਮ ਬਣਦਾ। ਭਾਵੇਂ ਤੁਸੀਂ ਹਿੰਦੀ ਭਾਸ਼ਾ ਨੂੰ ਵੀ ਪੜ੍ਹਦੇ ਹੋ, ਉਹਦੇ ਵਿੱਚ ਵੀ ਨਾਮ ਲਿਖਣ ਵਾਸਤੇ ਦੋ ਦੋ ਅੱਖਰਾਂ ਦਾ ਸਹਾਰਾ ਲੈਣਾ ਪਵੇਗਾ, ਫਿਰ ਜਾ ਕੇ ਕੋਈ ਸ਼ਬਦ ਬਣਦਾ ਹੈ। ਪਰ ਪੰਜਾਬੀ ਇੱਕ ਇਕਲੌਤੀ ਇਹੋ ਜਿਹੀ ਭਾਸ਼ਾ ਹੈ ਜਿਹਦੇ ਵਿੱਚ ਦੂਜੇ ਅੱਖਰ ਦਾ ਸਹਾਰਾ ਹੀ ਨਹੀਂ ਲੈਣਾ ਪੈਂਦਾ। ਪੂਰੇ ਪੂਰੇ ਅੱਖਰਾਂ ਦਾ ਵਜਨ ਔਰ ਪੂਰੀ ਪੂਰੀ ਇਹ ਲਿਪੀ ਜਿਹੜੀ ਹੈ ਮਹਾਰਾਜ ਜੀਆਂ ਨੇ ਸਾਨੂੰ ਆਪ ਬਖਸ਼ਿਸ਼ ਕੀਤੀ ਹੈ। ਇਹਦੇ ਵਰਗੀ ਵੱਡੀ ਭਾਸ਼ਾ ਕੋਈ ਨਹੀਂ ਹੈ। ਸੋ ਇਸ ਭਾਸ਼ਾ ਦੇ ਵਿੱਚ ਜਿਹੜਾ ਹੈ ਹਰੇਕ ਤਰ੍ਹਾਂ ਦਾ ਸ਼ਬਦ ਆਪਾਂ ਵਰਤ ਸਕਦੇ ਹਾਂ। ਜਿਵੇਂ ਦੂਜੀ ਭਾਸ਼ਾ ਵਿੱਚ ਆਖਦੇ ਕਿ ਸੱਪ ਨੇ ਕੱਟਿਆ ਹੈ, ਤੇ ਜੇ ਕੁੱਤਾ ਹੈ ਤੇ ਕੁੱਤੇ ਨੇ ਕੱਟਿਆ ਹੈ। ਹੁਣ ਕੁੱਤਾ ਦੇ ਚਲੋ ਆਪਾਂ ਕਹਿ ਸਕਦੇ ਹਾਂ ਪੰਜਾਬੀ ਵਿੱਚ ਕੁੱਤੇ ਨੇ ਵੱਢਿਆ ਹੈ, ਪਰ ਹੁਣ ਸੱਪ ਨੇ ਕੱਟਿਆ, ਸੱਪ ਨੇ ਕੱਟਿਆ ਨਹੀਂ ਹੈ, ਸੱਪ ਨੇ ਡੱਸਿਆ ਹੈ, ਡੰਗ ਮਾਰਿਆ ਹੈ। ਪੰਜਾਬੀ ਇੱਕ ਇਹੋ ਜਿਹੀ ਭਾਸ਼ਾ ਹੈ ਜਿਹਦੇ ਵਿੱਚ ਹਰੇਕ ਚੀਜ਼ ਦਾ ਵੱਖੋ ਵੱਖਰਾ ਸ਼ਬਦ ਮਿਲੇਗਾ ਔਰ ਉਹ ਸ਼ਬਦ ਪੂਰਾ ਪੂਰਾ ਢੁਕਦਾ ਮਿਲੇਗਾ। ਦੂਜੀਆਂ ਭਾਸ਼ਾ ਵਿੱਚ ਇਹ ਚੀਜ਼ਾਂ ਨਹੀਂ। ਇਹ ਸਾਡੇ ਵਿੱਚ ਇੱਕ ਊਣਤਾ ਹੀ ਆ ਗਈ ਹੈ ਜਿਹੜੀ ਸਾਨੂੰ ਪਰੇ ਕਰਨੀ ਚਾਹੀਦੀ ਹੈ। ਸਾਡੀਆਂ ਸੰਸਥਾਵਾਂ ਨੂੰ ਯਤਨ ਕਰਨਾ ਚਾਹੀਦਾ ਇਹੋ ਜਿਹੇ ਸਕੂਲ ਬਣਾਏ ਜਾਣ
ਜਿੱਥੇ ਉਹਨਾਂ ਨੂੰ ਗੁਰਮਤਿ ਦਾ ਗਿਆਨ ਵੀ ਦਿੱਤਾ ਜਾਵੇ। ਇਹੋ ਜਿਹੇ ਹਸਪੀਟਲ ਬਣਾਏ ਜਾਣ ਜਿੱਥੇ ਇਲਾਜ ਵੀ ਕੀਤਾ ਜਾਵੇ। ਇਹ ਯਤਨ ਕਰਨੇ ਚਾਹੀਦੇ। ਨਿਰਾ ਵਿਖਾਈ ਜਾਣਾ ਵੀ ਮੇਰੇ ਕੋਲ ਇਹ ਹੈ, ਮੇਰੇ ਕੋਲ ਇਹ ਹੈ, ਵਿਖਾਉਣ ਨਾਲ ਕੁਝ ਨਹੀਂ ਹੋਣਾ। ਕੌਮ ਤੇ ਧਰਮ ਦਾ ਕੁਝ ਨਾ ਕੁਝ ਸਵਾਰਨਾ ਵੀ ਪੈਣਾ ਹੈ ਜੇ ਅਸੀਂ ਇਹ ਕੁਝ ਕਰਨਾ ਚਾਹੁੰਦੇ ਹਾਂ। ਸੋ ਇਸ ਕਰਕੇ ਆਪਣੇ ਧਰਮ ਦੇ ਮਤ ਨੂੰ ਤਾਂ ਹੀ ਅਸੀਂ ਵੱਡਾ ਕਰ ਸਕਦੇ ਹਾਂ। ਹੁਣ ਇੱਕ ਬੱਚੇ ਨੇ, ਇੱਕ ਮੈਂਬਰ ਨੇ ਬਾਜ਼ਾਰ ਦੇ ਵਿੱਚ, ਦੁਨੀਆ ਵਿੱਚ, ਸੁਸਾਇਟੀ ਵਿੱਚ 24 ਘੰਟੇ ਰਹਿਣਾ। 24 ਘੰਟੇ ਉਹਨੇ ਦੁਨੀਆ ਦੀ ਤਾਲੀਮ ਲੈਣੀ ਹੈ, ਦੁਨੀਆ ਕੋਲੋਂ ਸਿੱਖਣਾ। ਤੇ ਜੇ ਉਹ ਅੱਧਾ ਘੰਟਾ ਗੁਰਦੁਆਰੇ ਆ ਵੀ ਜਾਵੇਗਾ ਤਾਂ ਕਿੰਨਾ ਕੁ ਸਿੱਖ ਕੇ ਚਲੇ ਜਾਵੇਗਾ। ਜੇ ਥੋੜ੍ਹਾ ਬਹੁਤਾ ਸਿੱਖੇਗਾ, ਬਾਹਰ ਜਾ ਕੇ ਉਹਨੂੰ ਵਿਸਰ ਜਾਣਾ। ਕਿਉਂ ਨਾ ਹੋਵੇ ਅਸੀਂ ਇਹੋ ਜਿਹਾ ਇੰਤਜ਼ਾਮ ਕਰੀਏ ਵੀ ਉਹ ਵੱਧ ਤੋਂ ਵੱਧ ਗੁਰਮਤਿ ਦੇ ਵਿੱਚ ਰਹਿ ਸਕੇ, ਗੁਰੂ ਦੀ ਗੱਲ ਸੁਣ ਸਕੇ, ਸਿੱਖ ਸਕੇ, ਪੜ੍ਹ ਸਕੇ, ਤਾਂ ਕਿ ਪਤਾ ਲੱਗੇ। ਹੁਣ ਭਾਈ ਸ਼ਾਹਬਾਜ਼ ਸਿੰਘ ਦਾ ਆਪਾਂ ਇਤਿਹਾਸ ਸੁਣਿਆ, ਉਹਨੂੰ ਘਰੋਂ ਗਿਆਨ ਮਿਲਿਆ ਤੇ ਤਾਂ ਹੀ ਉਹਨੇ ਕਾਜੀ ਨੂੰ ਆਖਿਆ ਨਾ, ਕਾਜੀ ਤੂੰ ਇੱਥੇ ਗਲਤ ਹੈ, ਇਹ ਤੇਰੀ ਗੱਲ ਠੀਕ ਨਹੀਂ ਹੈ, ਕਿਉਂਕਿ ਘਰੋਂ ਉਸ ਨੂੰ ਸੋਝੀ ਮਿਲੀ ਹੈ, ਗਿਆਨ ਮਿਲਿਆ ਹੈ। ਇਸ ਕਰਕੇ ਇਹ ਯਤਨ ਕਰਨੇ ਚਾਹੀਦੇ। ਇੱਥੇ ਜਿਹੜੇ ਕਾਜੀ ਨੇ ਉਹ ਬਾਦਸ਼ਾਹ ਨੂੰ ਕਹਿ ਰਹੇ, ਕਹਿੰਦੇ ਬਾਦਸ਼ਾਹ ਤੂੰ ਭਾਵੇਂ ਯਤਨ ਕਰ ਕਿ ਗੁਰੂ ਤੇਗ ਬਹਾਦਰ ਪਾਤਸ਼ਾਹ ਇਸਲਾਮ ਨੂੰ ਮੰਨ ਲੈਣ, ਪਰ ਉਹਨਾਂ ਨੇ ਮੰਨਣਾ ਨਹੀਂ। ਕਿਉਂ? ਕਿਉਂਕਿ ਗੁਰੂ ਤੇਗ ਬਹਾਦਰ ਪਾਤਸ਼ਾਹ ਕਹਿੰਦੇ ਸਾਡਾ ਧਰਮ ਵੱਡਾ ਹੈ, ਤੁਹਾਡਾ ਧਰਮ ਅਧੂਰਾ ਹੈ। ਤੇ ਫਿਰ ਅਧੂਰੇ ਧਰਮ ਵਿੱਚ ਕਿਉਂ ਜਾਣਗੇ ਜਦੋਂ ਪਹਿਲਾਂ ਹੀ ਪੂਰੇ ਧਰਮ ਦੇ ਵਿੱਚ ਨੇ। ਇਸ ਕਰਕੇ ਆਪਾਂ ਨੂੰ ਕੰਮ ਇਹ ਕਰਨਾ ਚਾਹੀਦਾ ਵੀ ਕਿਵੇਂ ਨਾ ਕਿਵੇਂ ਇਹਨਾਂ ਦੇ ਮਨ ਵਿੱਚ ਇਹ ਗੱਲ ਪਾਈਏ ਵੀ ਤੁਸੀਂ ਅਧੂਰੇ ਤੇ ਅਸੀਂ ਪੂਰੇ ਹਾਂ, ਫਿਰ ਭਾਵੇਂ ਇਹ ਮੰਨ ਜਾਣ। ਇਸ ਤਰ੍ਹਾਂ ਕਾਜੀ ਜਿਹੜੇ ਨੇ ਉਹ ਪਾਤਸ਼ਾਹ ਔਰੰਗਜ਼ੇਬ ਨੂੰ ਸਲਾਹ ਦਿੰਦੇ ਹਨ। ਆਪ ਚੱਲ ਪਾਤਸ਼ਾਹ ਸਮਝਾਵੋ, ਸਤਿਗੁਰੂ ਪਾਤਸ਼ਾਹ ਨੂੰ ਜਾ ਕੇ ਇਹ ਬਾਦਸ਼ਾਹ ਸਲਾਮਤ ਤੁਸੀਂ ਜਾ ਕੇ ਸਮਝਾਉਣਾ ਕਰੋ। ਆਪਣੋ ਖਾਣਾ ਤਿਸੈ ਤੇ ਖਵਾਵੋ, ਆਪਣਾ ਖਾਣਾ ਉਹਨਾਂ ਨੂੰ ਖਵਾਈਏ। ਹੁਣ ਵੇਖੋ ਜਦੋਂ ਬੰਦਾ ਨੀਚਤਾਈ ਤੇ ਆਉਂਦਾ ਨਾ ਤੇ ਫਿਰ ਉਹ ਵੇਖਦਾ ਨਹੀਂ ਹੈ ਵੀ ਪਾਪ ਕੀ ਹੈ ਤੇ ਪੁੰਨ ਕੀ ਹੈ। ਕਹਿਣ ਲੱਗੇ ਆਪਾਂ ਕਿਉਂ ਨਾ ਇਹੋ ਜਿਹਾ ਕੰਮ ਕਰੀਏ, ਮਹਾਰਾਜ ਨੂੰ ਭੁਲੇਖੇ ਦੇ ਨਾਲ ਆਪਣਾ ਭੋਜਨ ਖਵਾ ਦਈਏ। ਜਿਵੇਂ ਆਪਾਂ ਮਾਸ ਖਾਂਦੇ ਹਾਂ, ਉਹ ਮਾਸ ਮਹਾਰਾਜ ਨੂੰ ਭੁਲੇਖੇ ਦੇ ਨਾਲ, ਧੋਖੇ ਦੇ ਨਾਲ ਖਵਾਈਏ, ਇਹਨਾਂ ਦੀਆਂ ਕਰਾਮਾਤਾਂ ਖਤਮ ਹੋ ਜਾਣਗੀਆਂ ਤੇ ਫਿਰ ਇਹ ਸਾਡੇ ਧਰਮ ਦੇ ਵਿੱਚ ਆ ਜਾਣਗੇ। ਕੋਈ ਨਾ ਕੋਈ ਇਹੋ ਜਿਹੀ ਚਲਾਕੀ ਕਰੀਏ ਕਿ ਮਹਾਰਾਜ ਨੂੰ ਆਪਣੇ ਧਰਮ ਦਾ ਮਾਸ ਜਿਹੜਾ ਪੜ੍ਹਿਆ ਹੋਇਆ ਮੰਤਰਾਂ ਦਾ, ਹਲਾਲ ਕੀਤਾ ਹੋਇਆ, ਉਸ ਨੂੰ ਖਵਾਉਣਾ ਕਰੀਏ। ਅਸ ਮਸਲਤ ਕਰ ਗਮਨੇ ਸੋਏ, ਕਹਿੰਦੇ ਵੀ ਇਸ ਤਰ੍ਹਾਂ ਦੀ ਸਲਾਹ ਕਰਕੇ ਨਾ ਚੱਲ ਪਏ। ਮਹਾਰਾਜ ਨਾਲ ਧੋਖਾ ਕਰਨ ਲੱਗੇ, ਛਲ ਕਰਨ ਲੱਗੇ ਹਨ। ਕੁਸ਼ਲ ਸ਼ਰਾ ਕੇ ਬੰਦੇ, ਇਹ ਜਿਹੜੇ ਬੰਦੇ ਦੁਸ਼ਟ ਨੇ ਨਾ, ਸ਼ਰਾ ਵਿੱਚ ਬੱਧੇ ਹੋਏ, ਬਸ ਸ਼ਰਾ ਦਾ ਹੀ ਖੋਪਾ ਚੜਿਆ ਹੋਇਆ, ਇਹ ਚੱਲੇ ਹਨ ਇਹ ਪਾਪ ਕਰਮ ਕਰਨ ਵਾਸਤੇ। ਸਾਤ ਅਦਾਇਬ ਕੁਰਨਸ਼ ਕਰਕੇ, ਕਹਿਣ ਲੱਗੇ ਵੀ ਉਸ ਵੇਲੇ ਬੜੇ ਸਤਿਕਾਰ ਦੇ ਨਾਲ ਨਾ ਇਹਨਾਂ ਨੇ ਜਾ ਕੇ ਮਹਾਰਾਜ ਨੂੰ ਸਲਾਮ ਕੀਤੀ ਹੈ, ਕਿਉਂਕਿ ਉਹਨੂੰ ਧੋਖਾ ਕਰਨਾ ਨਾ। ਮਹਾਰਾਜ ਕਹਿੰਦੇ ਅਪਰਾਧੀ ਦੂਣਾ ਨਿਵੈ। ਜਿਹੜਾ ਬੰਦਾ ਤੁਹਾਨੂੰ ਬਹੁਤਾ ਝੁਕ ਝੁਕ ਕੇ ਨਮਸਕਾਰਾਂ ਕਰਦਾ ਨਾ, ਕਈ ਬੰਦੇ ਬੜਾ ਖੇਖਣ ਕਰਦੇ, ਦੂਰੋਂ ਆਉਂਦਿਆਂ ਵੇਖ ਕੇ ਧਰਤੀ ਨੂੰ ਹੱਥ ਲਾ ਲਾ ਕੇ ਸਲਾਮਾਂ ਕਰਨਗੇ, ਉਹ ਸਮਝ ਲਓ ਵੀ ਉਹ ਅੰਦਰੋਂ ਨਹੀਂ ਝੁਕਦਾ ਪਿਆ, ਉਹ ਕੁਝ ਨਾ ਕੁਝ ਕਰਨਾ ਚਾਹੁੰਦਾ ਹੈ, ਤੁਹਾਡੇ ਨਾਲ ਕੋਈ ਵਾਕਿਆ ਕਰੇਗਾ, ਉਹ ਤੁਹਾਨੂੰ ਵਿਸ਼ਵਾਸ ਵਿੱਚ ਲੈਂਦਾ ਪਿਆ। ਮਹਾਰਾਜ ਕਹਿੰਦੇ ਅਪਰਾਧੀ ਦੂਣਾ ਨਿਵੈ। ਜਿਹਨੇ ਕੁਝ ਨਾ ਕੁਝ ਕਰਨਾ ਹੁੰਦਾ ਨਾ, ਉਹ ਜ਼ਿਆਦਾ ਵਿਖਾਵੇਗਾ ਹਮਦਰਦੀ, ਜ਼ਿਆਦਾ ਵਿਖਾਵੇਗਾ ਦੂਜਿਆਂ ਦੇ ਵੱਲੋਂ ਵੀ ਮੈਂ ਇਸ ਦੇ ਕੋਲੋਂ ਕੁਝ ਨਾ ਕੁਝ ਲੈਣਾ ਹੈ। ਪਾਤਸ਼ਾਹ ਗੁਰੂ ਤੇਗ ਬਹਾਦਰ ਮਹਾਰਾਜ ਦੇ ਕੋਲ ਗਏ, ਜਾ ਜਾ ਕੇ ਇਹਨਾਂ ਨੇ ਬੜੇ ਝੁਕ ਝੁਕ ਕੇ ਸਲਾਮ ਕੀਤੀ ਵੀ ਸਾਨੂੰ ਤੁਹਾਡੀ ਬੜੀ ਚਿੰਤਾ ਹੈ। ਇਸ ਤਰ੍ਹਾਂ ਜਾ ਕੇ ਉਸ ਵੇਲੇ ਬਾਰ ਬਾਰ ਤਸਲੀਮ ਸੋ ਧਰ ਕੇ, ਸਤਿਗੁਰਾਂ ਨੂੰ ਵਾਰ-ਵਾਰ ਕਹਿੰਦੇ ਨਮਸਕਾਰ ਕਰਦੇ, ਨਾਲੇ ਵਡਿਆਈ ਕਰਦੇ ਹਨ। ਪਹੁੰਚ ਸ਼ਾਹੋ ਢਿੱਗ ਬੁੱਧ ਸਮਝਾਈ, ਉਸ ਵੇਲੇ ਬਾਦਸ਼ਾਹ ਦੇ ਕੋਲ ਜਾ ਕੇ ਤੇ ਚੰਗੀ ਤਰ੍ਹਾਂ ਸਮਝਾਇਆ ਹੈ। ਮਨੈ ਤੁਰ ਕੇ ਇੱਕ ਅਪਰ ਉਪਾਈ, ਕਹਿਣ ਲੱਗੇ ਬਾਦਸ਼ਾਹ ਵੀ ਸਾਡੇ ਕੋਲ ਇੱਕ ਤਰੀਕਾ ਹੈਗਾ, ਜੇ ਤੂੰ ਚਾਹਣਾ ਨੇ ਵੀ ਗੁਰੂ ਨੂੰ ਮੁਸਲਮਾਨ ਕਰੀਏ, ਅਸੀਂ ਤੈਨੂੰ ਇੱਕ ਤਰੀਕਾ ਦੱਸਦੇ ਹਾਂ, ਉਹਦੇ ਨਾਲ ਗੁਰੂ ਮੁਸਲਮਾਨ ਬਣ ਜਾਏਗਾ। ਬਹੁਤ ਦਿਨ ਬਿਨਾ ਆਹਾਰ ਬਿਤਾਏ, ਕਿਉਂਕਿ ਸਤਿਗੁਰਾਂ ਨੂੰ ਰੋਟੀ ਨਹੀਂ ਮਿਲੀ। ਆਪਾਂ ਕਿੰਨੇ ਦਿਨਾਂ ਦਾ ਕੈਦ ਕਰਕੇ ਰੱਖਿਆ, ਮਹਾਰਾਜ ਨੂੰ ਬੜੀ ਭੁੱਖ ਲੱਗੀ ਹੋਣੀ ਹੈ ਤੇ ਜੋ ਵੀ ਆਪਾਂ ਖਾਣ ਵਾਸਤੇ ਦੇਵਾਂਗੇ ਇਹਨਾਂ ਨੇ ਝਾਟੀ ਖਾ ਲੈਣਾ। ਸਤਿਗੁਰਾਂ ਨੂੰ ਕਈ ਦਿਨ ਹੋ ਗਏ ਰੋਟੀ ਖਾਦਿਆਂ, ਇਸ ਕਰਕੇ ਜੋ ਅਸੀਂ ਕਹਿੰਦੇ ਆ ਤੂੰ ਉਸੇ ਤਰ੍ਹਾਂ ਕਰ। ਅਧਿਕ ਸ਼ੁਦਾ ਤੁਰ ਭਾ ਦੁਖ ਪਾਏ, ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਇਸ ਵੇਲੇ ਬੜੇ ਭੁੱਖ ਦੇ ਵਿੱਚ ਨੇ, ਬੜੀ ਭੁੱਖ ਦਾ ਦੁੱਖ ਬੜਾ ਵੱਡਾ ਹੈ। ਗੱਲ ਕਹਿਣੀ ਸੁਣਨੀ ਬੜੀ ਸੌਖੀ ਹੈ। ਮਹਾਰਾਜ ਨੇ ਜਦੋਂ ਦੁੱਖਾਂ ਦਾ ਜ਼ਿਕਰ ਕੀਤਾ ਨਾ ਵੀ ਦੁੱਖ ਦੁਨੀਆ ਦੇ, ਤੇ ਉਹਦੇ ਵਿੱਚ ਇੱਕ ਦੁੱਖ ਮਹਾਰਾਜ ਨੇ ਗੁਰਬਾਣੀ ਵਿੱਚ ਲਿਖਿਆ ਹੈ ਵੀ ਭੁੱਖ ਦਾ ਦੁੱਖ ਸਭ ਤੋਂ ਵੱਡਾ ਹੈ। ਦੁੱਖ ਵਿਛੋੜਾ, ਇੱਕ ਦੁੱਖ ਭੂਖ, ਇੱਕ ਦੁੱਖ ਸਖਤ ਵਾਰ ਜਮਦੂਤ, ਇੱਕ ਦੁੱਖ ਰੋਗ ਲੱਗੈ ਤਨ ਧਾਏ, ਵੈਦ ਨਾ ਭੋਲੇ ਦਾਰੂ ਲਾਏ। ਇਹ ਗੁਰਬਾਣੀ ਦਾ ਬਚਨ ਹੈ। ਦੁੱਖ ਵਿਛੋੜਾ, ਵਿਛੋੜੇ ਦਾ ਦੁੱਖ ਦੁਨੀਆ ਵਿੱਚ ਬੜਾ ਵੱਡਾ ਹੈ।
ਮਾਂ-ਬਾਪ ਦਾ ਕਿਤੇ ਪੁੱਤਰ ਵਿਛੜ ਜਾਵੇ ਨਾ ਜਵਾਨੀ ਦੇ ਵਿੱਚ, ਤੇ ਮਾਂ-ਬਾਪ ਉਸ ਦੁੱਖ ਨੂੰ ਸਹਾਰ ਨਹੀਂ ਸਕਦੇ, ਹੌਕਾ ਲੈ ਕੇ ਮਰ ਜਾਂਦੇ। ਵਿਛੜਨ ਦਾ ਦੁੱਖ ਬੜਾ ਵੱਡਾ ਹੈ। ਦੁੱਖ ਵਿਛੋੜਾ ਇੱਕ ਦੁੱਖ ਭੂਖ, ਗੁਰਮੁਖੋ ਭੁੱਖ ਦਾ ਦੁੱਖ ਬੜਾ ਹੀ ਵੱਡਾ ਹੈ। ਜਦੋਂ ਆਂਦਰਾਂ ਨੂੰ ਸੇਕ ਪੈਂਦਾ ਨਾ ਭੁੱਖ ਦਾ, ਪੀੜ ਹੁੰਦੀ ਹੈ ਭੁੱਖ ਦੇ ਨਾਲ, ਉਦੋਂ ਫਿਰ ਬੰਦਾ ਮਿੱਟੀ ਖਾਣ ਤੱਕ ਵੀ ਮਜਬੂਰ ਹੋ ਜਾਂਦਾ। ਇੱਕ ਦੁੱਖ ਵਿਛੋੜਾ, ਇੱਕ ਦੁੱਖ ਭੂਖ, ਇੱਕ ਦੁੱਖ ਸਖਤ ਵਾਰ ਜਮਦੂਤ। ਜਮਾਂ ਦਾ ਵੀ ਦੁੱਖ ਤੇ ਵੱਡਾ ਹੀ ਹੈ ਨਾ, ਜਦੋਂ ਨਰਕਾਂ ਵਿੱਚ ਪਾ ਕੇ ਸਜ਼ਾ ਦਿੰਦੇ। ਇਹ ਦੁੱਖ ਗਿਣੇ ਨੇ। ਆਪਾਂ ਇਸ ਪਾਸੇ ਨੂੰ ਨਾ ਚੱਲੀਏ, ਇਤਿਹਾਸ ਆਪਾਂ ਸਰਵਣ ਕਰਦੇ ਪਏ। ਇਹ ਬਾਦਸ਼ਾਹ ਦੇ ਵਜ਼ੀਰ ਕਹਿੰਦੇ ਪਏ, ਕਹਿੰਦੇ ਮਹਾਰਾਜ ਨੂੰ ਭੁੱਖ ਲੱਗੀ ਹੋਣੀ ਹੈ, ਕਈ ਦਿਨ ਹੋ ਗਏ ਉਹਨਾਂ ਨੇ ਪ੍ਰਸ਼ਾਦਾ ਨਹੀਂ ਛਕਿਆ, ਤੇ ਆਪਾਂ ਮਹਾਰਾਜ ਦੇ ਨਾਲ ਛਲ ਕਰੀਏ। ਕੁੱਠਿਓ ਮਾਸ ਆਪ ਮੰਗਵਾਵੋ। ਇਸ ਕਰਕੇ ਕੁੱਠਾ ਮਾਸ ਜਿਹੜਾ ਹੈ ਨਾ ਉਹ ਮੰਗਵਾਈਏ। ਕੁੱਠਾ ਮਾਸ ਜਦੋਂ ਮੰਤਰ ਪੜ੍ਹ ਕੇ ਮੁਸਲਮਾਨ ਕਿਸੇ ਜੀਵ ਨੂੰ ਮਾਰਦੇ ਨੇ ਨਾ, ਹੱਤਿਆ ਕਰਦੇ ਨੇ, ਤੇ ਕੀ ਕਰਦੇ ਨੇ ਵੀ ਛੁਰੀ ਰੱਖ ਦਿੰਦੇ ਗਰਦਨ ਦੇ ਉੱਪਰ, ਨਾਲ ਨਾਲ ਮੰਤਰ ਪੜ੍ਹਦੇ, ਨਾਲ ਨਾਲ ਛੁਰੀ ਚਲਾਉਂਦੇ ਨੇ। ਉਹ ਜੀਵ ਜਿਹੜਾ ਨਾ ਤੜਫ ਤੜਫ ਕੇ ਮਰਦਾ ਹੌਲੀ ਹੌਲੀ। ਕਹਿੰਦੇ ਵੀ ਉਹ ਜਿਹੜਾ ਕੁੱਠਾ ਮਾਸ ਹੈ ਉਹ ਲਿਆਉਣਾ ਕਰੀਏ। ਡਾਰ ਮਸਾਲੇ ਲਵਣ ਰਿਝਾਵੋ। ਉਹਦੇ ਵਿੱਚ ਬੜੇ ਬੜੇ ਸੋਹਣੇ ਮਸਾਲੇ ਪਾਈਏ, ਮਸਾਲਿਆਂ ਦੀ ਆਵੇਗੀ ਖੁਸ਼ਬੂ, ਤੇ ਫਿਰ ਜਦੋਂ ਤਿਆਰ ਹੋ ਜਾਵੇਗਾ ਫਿਰ ਉਹਦੇ ਵਿੱਚ ਨਮਕ ਪਾਇਆ ਜਾਵੇਗਾ ਉਹਨੂੰ ਗਾਲਣ ਵਾਸਤੇ। ਇਸ ਤਰ੍ਹਾਂ ਦਾ ਮਾਸ ਲਿਆ ਕੇ ਉਹਦੇ ਵਿੱਚ ਨਮਕ ਪਾ ਕੇ, ਮਸਾਲੇ ਪਾ ਕੇ ਚੰਗੀ ਤਰ੍ਹਾਂ ਉਹਨੂੰ ਰਿੰਨ ਕੇ ਤਿਆਰ ਕਰਨਾ ਕਰੀਏ। ਕਹਿ ਤਿਆਰ ਦੇਗਚੇ ਮਾਹੀ। ਉਹਨੂੰ ਵੱਡੇ ਦੇਗਚੇ ਵਿੱਚ, ਵੱਡੇ ਪਤੀਲੇ ਵਿੱਚ ਖੁੱਲ੍ਹਾ ਬਣਾਈਏ, ਪ੍ਰਸ਼ਾਦ ਪਾ ਕੇ ਉਸ ਨੂੰ ਬਣਾ ਕੇ ਇੱਕ ਵੱਡਾ ਦੇਗਚਾ ਭਰ ਲਈਏ। ਸੋ ਇਸ ਤਰ੍ਹਾਂ ਦਾ ਬਣਾ ਕੇ ਮਾਸ ਦਾ ਤਿਆਰ ਕਰਨਾ ਕਰੀਏ। ਆਸ ਲਿਜਾਏ ਖਿਲਾਵੋ ਤਾਹੀਂ। ਤੇ ਸਤਿਗੁਰੂ ਪਾਤਸ਼ਾਹ ਨੂੰ ਲੱਗੀ ਹੈ ਭੁੱਖ, ਇੱਕ ਵੱਡੇ ਡੂਣੇ ਦੇ ਵਿੱਚ ਪਾ ਕੇ ਉਹ ਮਾਸ, ਜਿਹਦੇ ਵਿੱਚ ਕਈ ਮਸਾਲੇ ਪਾਏ ਹੋਣਗੇ, ਉਹਦੇ ਵਿੱਚ ਚੰਗੀ ਤਰ੍ਹਾਂ ਪਿਆਜ਼ ਪਾ ਕੇ, ਲਸਣ ਪਾ ਕੇ, ਹੋਰ ਕਈ ਕੁਝ ਪਾ ਕੇ, ਤੜਕਾ ਲਾ ਕੇ ਬੜਾ ਸੋਹਣਾ ਬਣਾ ਕੇ, ਜਿਹਦੇ ਵਿੱਚੋਂ ਮਹਿਕ ਆਵੇ, ਖੁਸ਼ਬੂ ਆਵੇ, ਇਹੋ ਜਿਹਾ ਮਾਸ ਦਾ ਇੱਕ ਡੋਣਾ ਭਰ ਕੇ ਮਹਾਰਾਜ ਦੇ ਕੋਲ ਲੈ ਕੇ ਚੱਲੀਏ। ਉਹਨਾਂ ਨੂੰ ਆਖੀਏ ਵੀ ਮਹਾਰਾਜ ਛਕਣਾ ਕਰੋ। ਜਬ ਖਾਨਾ ਤੁਮਰੋ ਲਿਖਾਏ। ਜਦੋਂ ਸਤਿਗੁਰਾਂ ਨੂੰ ਸਾਡੇ ਵੱਲੋਂ ਦਿੱਤਾ ਗਿਆ ਭੋਜਨ, ਨਾਮ ਅਸੀਂ ਲਵਾਂਗੇ ਤੁਹਾਡਾ ਵੀ ਔਰੰਗਜ਼ੇਬ ਦੇ ਵੱਲੋਂ ਆਇਆ, ਤੇ ਜਦੋਂ ਮਹਾਰਾਜ ਨੇ ਲਿਆ ਛਕ ਵੀ ਬਾਦਸ਼ਾਹ ਨੇ ਸਾਡੇ ਵਾਸਤੇ ਭੋਜਨ ਭੇਜਿਆ, ਕਹਿਣ ਲੱਗੇ ਫਿਰ ਉਹ ਤੁਰਕ ਆਪ ਬਣ ਜਾਏ। ਤੇ ਫਿਰ ਸਤਿਗੁਰਾਂ ਨੂੰ ਮੁਸਲਮਾਨ ਬਣਾਉਣ ਦੀ ਲੋੜ ਹੀ ਨਹੀਂ ਹੈ, ਕਿਉਂਕਿ ਸਿੱਖ ਧਰਮ ਦੇ ਵਿੱਚ ਮਾਸ ਖਾਣ ਦੀ ਮਨਾਹੀ ਕੀਤੀ ਗਈ ਹੈ। ਤੇ ਜਦੋਂ ਮਹਾਰਾਜ ਨੇ ਮਾਸ ਖਾ ਲਿਆ, ਤੇ ਮਾਸ ਵੀ ਅਸੀਂ ਖਵਾਉਣਾ ਕਿਸੇ ਇਹੋ ਜਿਹੇ ਜੀਵ ਦਾ ਜਿਹਦਾ ਮਾਸ ਵੀ ਮਾੜਾ ਹੋਵੇ। ਜਿਵੇਂ ਸੂਰ ਦਾ ਮਾਸ ਹੈ ਨਾ, ਇਹੋ ਜਿਹਾ ਮਾਸ ਅਸੀਂ ਲੈ ਕੇ ਆਵਾਂਗੇ, ਉਹਨੂੰ ਤਿਆਰ ਕਰਕੇ ਮਹਾਰਾਜ ਨੂੰ ਖਿਲਾਵਾਂਗੇ। ਜਦੋਂ ਉਹਨਾਂ ਨੇ ਖਾ ਲਿਆ, ਫਿਰ ਸਾਨੂੰ ਕਹਿਣ ਦੀ ਲੋੜ ਨਹੀਂ ਵੀ ਮੁਸਲਮਾਨ ਬਣੋ। ਅਸੀਂ ਇਹੋ ਜਿਹਾ ਮੰਤਰ ਪੜਾਂਗੇ ਮਾਸ ਬਣਾਉਣ ਲੱਗਿਆਂ, ਉਹ ਮਾਸ ਖਾ ਕੇ ਮਹਾਰਾਜ ਆਪਣੇ ਆਪ ਮੁਸਲਮਾਨ ਬਣ ਜਾਣਗੇ। ਬਹੁਤ ਪ੍ਰਬੋਧੈ ਨਰ ਸਮੁਦਾਇ। ਫਿਰ ਪੜਿਓ। ਬਹੁਤ ਪ੍ਰਬੋਧੈ ਨਰ ਸਮੁਦਾਇ। ਜਦੋਂ ਮਹਾਰਾਜ ਛਕ ਲੈਣਗੇ ਨਾ, ਮਾਸ ਖਾ ਲੈਣਗੇ, ਫਿਰ ਅਸੀਂ ਸਾਰੇ ਜਣੇ ਮਹਾਰਾਜ ਦੇ ਕੋਲ ਬੈਠਾਂਗੇ। ਫਿਰ ਮਹਾਰਾਜ ਨੂੰ ਸਮਝਾਵਾਂਗੇ ਵੀ ਮਹਾਰਾਜ ਇਹ ਠੀਕ ਨਹੀਂ, ਇਹ ਠੀਕ ਨਹੀਂ, ਇਹ ਠੀਕ ਹੈ। ਤੇ ਜਦੋਂ 100 ਬੰਦਾ ਹੀ ਸੱਚ ਨੂੰ ਝੂਠ ਤੇ ਝੂਠ ਨੂੰ ਸੱਚ ਆਖੇ, ਤੇ ਮੰਨਣਾ ਪੈਂਦਾ ਹੈ। ਬੰਦਾ ਸੋਚਦਾ ਵੀ ਇਹ 100 ਬੰਦੇ ਨੇ ਆਖਿਆ, ਇਹਨਾਂ ਗਲਤ ਨਹੀਂ ਆਖਿਆ। ਕਹਿਣ ਲੱਗੇ ਠੱਗ ਬੈਠ ਗਿਆ ਠੱਗ। ਇੱਕ ਬੰਦਾ ਬੱਕਰੀ ਚੁੱਕ ਕੇ ਲਈ ਜਾਵੇ, ਠੱਗਾਂ ਨੇ ਸੋਚਿਆ ਵੀ ਇਹਦੇ ਕੋਲੋਂ ਬੱਕਰੀ ਖੋਣੀ ਹੈ, ਤੇ ਆਪਾਂ ਇਹ ਖੋਹ ਕੇ ਦੇ ਖਾਣੀ ਹੈ, ਪਰ ਖੋਈ ਕਿਵੇਂ ਜਾਏ। ਉਹ ਤਿੰਨੇ ਜਾਣੇ ਦੂਰ ਦੂਰ ਹੋ ਕੇ ਰਸਤੇ ਵਿੱਚ ਖੜ ਗਏ। ਜਦੋਂ ਇੱਕ ਦੇ ਕੋਲੋਂ ਲੰਘਿਆ ਨਾ ਬੱਕਰੀ ਚੁੱਕ ਕੇ ਵਿਅਕਤੀ, ਉਹ ਕਹਿਣ ਲੱਗਾ ਭਾਊ ਕੁੱਤਾ ਬੜਾ ਸੋਹਣਾ ਲਈ ਜਾਂਦਾ। ਉਹ ਬੜਾ ਗੁੱਸੇ ਵਿੱਚ ਆਇਆ, ਕਹਿਣ ਲੱਗਾ ਮੈਂ ਤੇ ਬੱਕਰੀ ਲੈ ਕੇ ਆਇਆ, ਤੈਨੂੰ ਇਹ ਕਿਹੜੇ ਬੰਨਿਓ ਕੁੱਤਾ ਲੱਗਦਾ। ਲੜ ਝੜ ਕੇ ਥੋੜ੍ਹਾ ਜਿਹਾ ਅੱਗੇ ਗਿਆ। ਜਦੋਂ ਅੱਗੇ ਗਿਆ ਤਾਂ ਦੂਜਾ ਵੀ ਖਲੋਤਾ ਸੀ, ਕਹਿਣ ਲੱਗਾ ਭਾਊ ਕੁੱਤੇ ਦੀ ਨਸਲ ਬੜੀ ਚੰਗੀ ਹੈ, ਬੜਾ ਚੰਗਾ ਕਿਤੇ ਉਹ ਖਰੀਦ ਕੇ ਲਿਆਂਦਾ। ਹੁਣ ਉਹਦੇ ਮਨ ਵਿੱਚ ਥੋੜ੍ਹਾ ਜਿਹਾ ਵਹਿਮ ਪੈਦਾ ਹੋ ਗਿਆ ਵੀ ਇਹ ਸੱਚੀ ਮੁੱਚੀ ਨਾ ਕਿਤੇ ਕੁੱਤਾ ਹੋਵੇ। ਪਹਿਲੇ ਬੰਦੇ ਨੇ ਵੀ ਕੁੱਤਾ ਆਖਿਆ ਤੇ ਦੂਜੇ ਨੇ ਵੀ ਕੁੱਤਾ ਆਖਿਆ। ਥੋੜ੍ਹਾ ਜਿਹਾ ਮਨ ਵਿੱਚ ਸ਼ੰਕਾ ਦਾ ਪੈ ਗਿਆ, ਪਰ ਉਹਨੇ ਗੱਲ ਨਹੀਂ ਮੰਨੀ, ਅੱਗੇ ਨੂੰ ਚੱਲ ਪਿਆ। ਥੋੜ੍ਹੀ ਦੂਰੀ ਤੀਜਾ ਵੀ ਖਲੋਤਾ ਹੋਇਆ ਸੀ, ਕਹਿਣ ਲੱਗਾ ਭਾਊ ਕੁੱਤਾ ਕਿੱਥੋਂ ਲੈ ਕੇ ਆਇਆ, ਸਾਨੂੰ ਵੀ ਇਹੋ ਜਿਹਾ ਚਾਹੀਦਾ ਹੈ। ਜਿਵੇਂ ਜਿਵੇਂ ਰਸਤੇ ਵਿੱਚ ਤੁਰਿਆ ਜਾਵੇ, ਉਹ ਠੱਗ ਥਾਵਾਂ ਥਾਵਾਂ 'ਤੇ ਖਲੋਤੇ। ਜਦੋਂ ਸਾਰਿਆਂ ਨੇ ਕੁੱਤਾ ਕੁੱਤਾ ਆਖਿਆ ਨਾ, ਤੇ ਉਹਨੇ ਚੁੱਕ ਕੇ ਬੱਕਰੀ ਨੂੰ ਆਪਣੇ ਮੋਢੇ ਤੋਂ ਥੱਲੇ ਸੁੱਟਿਆ। ਕਹਿਣ ਲੱਗਾ ਮੇਰੇ ਨਾਲ ਤੇ ਧੋਖਾ ਹੋ ਗਿਆ, ਮੈਂ ਤੇ ਕੁੱਤਾ ਲਈ ਜਾਂਦਾ, ਸਾਰੀ ਦੁਨੀਆ ਹੀ ਕੁੱਤਾ ਕਹਿੰਦੀ ਹੈ, ਇਹ ਬੱਕਰੀ ਕੋਈ ਨਹੀਂ ਹੈ। ਜਦੋਂ ਉਹਨੇ ਬੱਕਰੀ ਨੂੰ ਚਲਾ ਕੇ ਥੱਲੇ ਮਾਰਿਆ ਤੇ ਆਪ ਅੱਗੇ ਚਲਾ ਗਿਆ। ਉਹਨਾਂ ਠੱਗਾਂ ਨੇ ਫੜਿਆ ਬੱਕਰੀ ਨੂੰ, ਉਹਦੀ ਲਾਈ ਧੌਣ ਤੇ ਪਾ ਕੇ ਪਤੀਲੇ ਵਿੱਚ ਉਹਨਾਂ ਬੜੇ ਫਿਰ ਸਵਾਦ ਨਾਲ ਖਾਧਾ। ਕਹਿਣ ਤੋਂ ਭਾਵ ਇਹ ਹੈ, ਜਦੋਂ ਇੱਕ ਗੱਲ ਨੂੰ ਬਹੁਤੇ ਲੋਕ ਕਹਿਣ ਲੱਗ ਪੈਣ ਤੇ ਬੰਦਾ ਮੰਨਣ ਵਾਸਤੇ ਮਜਬੂਰ ਹੋ ਹੀ ਜਾਂਦਾ ਹੈ ਵੀ ਇਹ ਠੀਕ ਹੀ ਕਹਿੰਦੇ ਹੋਣਗੇ। ਇਸੇ ਤਰ੍ਹਾਂ ਇਹ ਮੁਗਲ ਕਹਿੰਦੇ ਪਏ,
ਕਹਿੰਦੇ ਅਸੀਂ ਮਹਾਰਾਜ ਨੂੰ ਵਾਰ-ਵਾਰ ਕਵਾਂਗੇ ਮਹਾਰਾਜ ਮੁਸਲਮਾਨ ਬਣਨ ਵਿੱਚ ਬੜਾ ਫਾਇਦਾ ਤੇ ਮਹਾਰਾਜ ਨੇ ਮੰਨ ਹੀ ਜਾਣਾ ਹੈ। ਹੁਣ ਇਹ ਮਾਸ ਕਿੱਥੋਂ ਲੈ ਕੇ ਆਉਣਗੇ, ਮਾਸ ਕਿਵੇਂ ਤਿਆਰ ਕਰਨਗੇ, ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਕਿਵੇਂ ਖਾਣ ਵਾਸਤੇ ਕਹਿਣਗੇ, ਮਹਾਰਾਜ ਅੱਗੋਂ ਕੀ ਕਰਾਮਾਤ ਕਰਦੇ ਨੇ, ਇਹ ਇਤਿਹਾਸ ਆਪਾਂ ਕੱਲ੍ਹ ਦੇ ਦੀਵਾਨ ਵਿੱਚ ਸਰਵਣ ਕਰਾਂਗੇ। ਸਮੇਂ ਦੀ ਸਮਾਪਤੀ, ਭੁੱਲਾਂ ਦੀ ਮੁਆਫੀ, ਬਚਨ ਗੁਰੂ ਕਾ ਹਿਰਦੇ ਵਸੇ, ਲੇਖੈ ਕਤਹਿ ਨ ਛੂਟੀਐ, ਬਖਸ਼ਨਹਾਰ ਬਖਸ਼ ਲੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।